STP ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਸਲਾਮ ਜੀ। ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਇੱਕ ਵਾਰ ਫੇਰ ਤੋਂ ਸਾਡੇ ਨਾਲ ਸ਼ਾਮਿਲ ਨੇ ਡਾਕਟਰ ਸਵਰਾਜ ਸਿੰਘ। ਸਾਡੇ ਪੰਜਾਬ ਦੀ ਅਜ਼ੀਮ ਸ਼ਖਸੀਅਤ ਡਾਕਟਰ ਸਵਰਾਜ ਸਿੰਘ, ਉੱਘੇ ਚਿੰਤਕ, ਉੱਘੇ ਵਿਦਵਾਨ ਤੇ ਪੰਜਾਬ ਦੇ ਮਸਲਿਆਂ ਬਾਰੇ ਗੰਭੀਰ ਚਿੰਤਨ ਕਰਨ ਵਾਲੇ ਡਾਕਟਰ ਸਵਰਾਜ ਸਿੰਘ। ਡਾਕਟਰ ਸਾਹਿਬ ਨਾਲ ਅਸੀਂ ਇਸ ਹਿੱਸੇ ਵਿੱਚ ਜਿਹੜੀ ਗੱਲ ਕਰਾਂਗੇ ਉਹ ਪ੍ਰਵਾਸ ਦੀ ਸਮੱਸਿਆ ਨੂੰ ਲੈ ਕੇ ਕਰਾਂਗੇ, ਕਿਉਂਕਿ ਅਕਸਰ ਹੀ ਅਸੀਂ ਦੇਖ ਰਹੇ ਹਾਂ ਕਿ ਸਾਰੇ ਪੰਜਾਬ ਦੇ ਵਿੱਚ ਇੱਕ ਨਵੀਂ ਜਿਹੜੀ ਰਵਾਇਤ ਕਹਿ ਲਓ ਜਾਂ ਇੱਕ ਰੁਝਾਨ ਕਹਿ ਲਓ ਉਹ ਸ਼ੁਰੂ ਹੋ ਗਿਆ। ਸ਼ੁਰੂ ਤਾਂ ਵੈਸੇ ਕਈ ਦਹਾਕਿਆਂ ਦਾ ਹੋਇਆ ਅਤੇ ਹੁਣ ਅੱਜ ਕੱਲ੍ਹ ਜਿਹੜਾ ਹੈ ਕੁਝ ਇੱਕ ਨਵਾਂ ਜਿਹੜਾ ਹੈ ਇਹ ਨਵੀਂ ਦਿੱਖ ਲੈ ਕੇ ਆ ਰਿਹਾ ਕਿ ਜਿਹੜੇ ਸਾਡੇ ਛੋਟੇ ਬੱਚੇ ਨੇ, ਸਾਡੇ +2 ਪਾਸ ਬੱਚੇ ਨੇ, ਉਹ ਖਾਸ ਕਰਕੇ ਵਿਦੇਸ਼ ਜਾਣ ਨੂੰ ਵਧੇਰੇ ਜਿਹੜਾ ਹੈ ਤਰਜੀਹ ਦੇ ਰਹੇ ਨੇ। ਸੋ ਪ੍ਰਵਾਸ ਦੀ ਸਮੱਸਿਆ ਬਾਰੇ ਅਸੀਂ ਗੱਲਬਾਤ ਕਰਾਂਗੇ ਡਾਕਟਰ ਸਵਰਾਜ ਸਿੰਘ ਹੋਰਾਂ ਨਾਲ। ਮੇਰਾ ਪਹਿਲਾ ਉਹਨਾਂ ਨੂੰ ਸਵਾਲ ਹੋਊਗਾ ਡਾਕਟਰ ਸਾਹਿਬ ਕਿ ਅਸੀਂ ਨਾ ਕਈ ਵਾਰ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਤੁਸੀਂ ਦੱਸਦੇ ਹੁੰਦੇ ਹੋ ਕਿ ਕੁਦਰਤੀ ਪ੍ਰਵਾਸ ਅਤੇ ਜਿਹੜਾ ਹੈ ਮੌਜੂਦਾ ਦੌਰ ਦੇ ਵਿੱਚ ਜੋ ਪ੍ਰਵਾਸ ਹੋ ਰਿਹਾ ਉਹਦੇ ਵਿਚਕਾਰ ਢੇਰਾਂ ਵੱਡਾ ਅੰਤਰ ਹੈ। ਉਹ ਕਿਸ ਤਰ੍ਹਾਂ ਦਾ ਅੰਤਰ ਹੈ? ਦੇਖੋ, ਜਿਹੜੀ ਚੀਜ਼ ਕੁਦਰਤੀ ਹੁੰਦੀ ਹੈ ਉਹ ਲੋੜ 'ਤੇ ਨੀਡ ਬੇਸਡ ਹੁੰਦੀ ਹੈ। ਜਿਹੜਾ ਮੁੱਖ ਜਿਹੜੇ ਕੁਦਰਤੀ ਔਰ ਗੈਰ ਕੁਦਰਤੀ ਚੀਜ਼ਾਂ ਦੇ ਵੀ ਨਿਖੇੜਾ ਕਰਨ ਦਾ ਜਿਹੜਾ ਉਹ ਹੁੰਦਾ ਜਿਹੜਾ ਕਿ ਲੋੜ ਅਤੇ ਖਾਸ਼, ਨੀਡ ਐਂਡ ਡਿਜ਼ਾਇਰ। ਹੁਣ ਜਿਹੜੀ ਚੀਜ਼ ਜਿਹੜੀ ਕੁਦਰਤੀ ਹੋਏਗੀ ਉਹ ਲੋੜ ਤੋਂ ਉਪਜਦੀ ਹੈ। ਤੋ ਜਿਹੜੀ ਚੀਜ਼ ਸਾਮਰਾਜੀ ਜਾਂ ਜੇ ਸਰਮਾਏਦਾਰੀ ਦੀ ਜਾਂ ਗੈਰ ਕੁਦਰਤੀ ਹੈ, ਕੋਈ ਸਾਮਰਾਜੀ ਸਰਮਾਏਦਾਰੀ ਗੈਰ ਕੁਦਰਤੀ ਸਿਸਟਮ ਹੈ ਅਤੇ ਉਹ ਮਤਲਬ ਡਿਜ਼ਾਇਰ ਬੇਸਡ ਹੁੰਦੀ ਹੈ, ਉਹ ਖਾਸ਼ਾਂ ਤੋਂ ਨਿਕਲਦੀ ਹੈ। ਹੁਣ ਜਿਹੜਾ ਪਹਿਲਾ ਪੰਜਾਬ ਦਾ ਪ੍ਰਵਾਸ ਹੈ, ਮੋਟੇ ਤੌਰ 'ਤੇ ਉਹਨੂੰ ਆਪਾਂ ਜਿਹੜਾ ਉਹ ਕਹਿ ਸਕਦੇ ਹਾਂ ਕੁਦਰਤੀ ਸੀ। ਕਿਉਂਕਿ ਪਹਿਲਾ ਪ੍ਰਵਾਸ ਜਿਹੜਾ ਹੈਗਾ ਲਗਭਗ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਜਿਹੜਾ ਹੈਗਾ 1900 ਈਸਵੀ ਦੇ ਨੇੜੇ ਜਿਹੜੇ ਸ਼ੁਰੂ ਹੋ ਚੁੱਕਾ। ਤਾਂ ਉਹ ਮੁੱਖ ਤੌਰ 'ਤੇ ਦੁਆਬਾ ਖੇਤਰ 'ਚੋਂ ਸ਼ੁਰੂ ਹੋਇਆ, ਕਿਉਂਕਿ ਉੱਥੇ ਵਸੋਂ ਸਭ ਤੋਂ ਸੰਘਣੀ ਸੀਗੀ ਤਾਂ ਜ਼ਮੀਨ ਦੀ ਮਲਕੀਅਤ ਜਿਹੜੀ ਹੈ ਘੱਟ ਗਈ। ਤਾਂ ਉਹਦੇ ਕਰਕੇ ਜਿਹੜਾ ਹੈਗਾ ਬਹੁਤ ਸਾਰੇ ਪਰਿਵਾਰਾਂ ਲਈ ਖੇਤੀ ਜਿਹੜਾ ਉਹਦੇ ਨਾਲ ਗੁਜ਼ਾਰਾ ਜਿਹੜਾ ਨਹੀਂ ਹੋ ਰਿਹਾ ਸੀਗਾ। ਤਾਂ ਉਹਨਾਂ ਨੂੰ ਕਿਤੋਂ ਨਾ ਕਿਤੋਂ ਜਾ ਕੇ ਕੋਈ ਆਮਦਨ ਲਿਆਉਣੀ ਪੈਣੀ ਸੀ। ਤਾਂ ਇਹ ਇੱਕ ਮੁੱਖ ਕਾਰਨ ਸੀ ਪ੍ਰਵਾਸ ਦਾ। ਤਾਂ ਇਹ ਜ਼ਾਹਰ ਹੈ ਕਿ ਲੋੜਾਂ 'ਚੋਂ ਨਿਕਲਿਆ ਪ੍ਰਵਾਸ ਹੈ। ਔਰ ਉਹਨਾਂ ਦੀ ਭੂਮਿਕਾ ਸਮਾਜ 'ਚ ਅੱਜ ਦੇ ਪ੍ਰਵਾਸੀਆਂ ਨਾਲੋਂ ਬਿਲਕੁਲ ਵੱਖਰੀ ਸੀਗੀ ਕਿ ਇਹ ਲੋਕ ਆਪਣੇ ਸੱਭਿਆਚਾਰ ਦੇ ਨਾਲ, ਆਪਣੇ ਪਰਿਵਾਰ ਦੇ ਨਾਲ, ਆਪਣੇ ਇਲਾਕੇ ਦੇ ਨਾਲ ਜੁੜੇ ਰਹੇ, ਹਾਲੇ ਵੀ ਜੁੜੇ ਹੋਏ ਨੇ। ਤਾਂ ਇਹਨਾਂ ਨੇ ਜਾ ਕੇ ਉੱਥੋਂ ਬਹੁਤ ਹੱਡ ਭੰਨਵੀਂ ਮਿਹਨਤ ਕੀਤੀ ਔਰ ਬਹੁਤ ਹੀ ਜ਼ਿਆਦਾ ਇਹਨਾਂ ਨੇ ਆਪਣੀ ਸਾਦੇ ਔਰ ਸੰਜਮ ਵਾਲਾ ਜੀਵਨ ਗੁਜ਼ਾਰਿਆ ਔਰ ਪੈਸੇ ਜਿਹੜੇ ਬਚਾਏ ਔਰ ਉਹ ਸਾਰਾ ਪੈਸਾ ਜਿਹੜਾ ਵਾਪਸ ਲਿਆਏ ਔਰ ਉਸ ਪੈਸੇ ਦੇ ਨਾਲ ਇਹਨਾਂ ਨੇ ਆਪਣੇ ਪਰਿਵਾਰਾਂ ਦਾ ਕੁਝ ਸਵਾਰਿਆ ਔਰ ਆਪਣੇ ਇਲਾਕੇ ਦਾ ਵੀ ਕੁਝ ਸਵਾਰਿਆ। ਇਹਨਾਂ ਨੇ ਆਪਣੇ ਇਲਾਕੇ ਸਕੂਲ ਬਣਵਾਏ, ਕਾਲਜ ਬਣਵਾਏ, ਹਸਪਤਾਲ ਬਣਵਾਏ ਅਤੇ ਹੋਰ ਕੁਛ ਨਹੀਂ ਤਾਂ ਗੁਰਦੁਆਰਾ ਸਾਹਿਬ ਦੇ ਨਾਲ ਯਾਤਰੂਆਂ ਲਈ ਕਮਰੇ ਬਣਵਾ ਦਿੱਤੇ। ਕੁਛ ਨਾ ਕੁਛ ਇਹਨਾਂ ਦੀ ਜਿਹੜੀ ਜੇ ਆਪਾਂ ਦੇਖੀਏ ਸਮੁੱਚੇ ਤੌਰ 'ਤੇ ਜਿਹੜੀ ਹੈ ਹਾਂ ਪੱਖੀ ਸਮਾਜ ਨੂੰ ਦੇਣ ਹੈ। ਲੇਕਿਨ ਜਦੋਂ ਅਸੀਂ ਗ੍ਰੀਨ ਰੈਵੋਲੂਸ਼ਨ 'ਚ ਗ੍ਰੀਨ ਰੈਵੋਲੂਸ਼ਨ ਮੇਰੇ ਹਿਸਾਬ ਨਾਲ ਵੀ ਇੱਕ ਪੰਜਾਬ ਦੀ ਮੁਕੰਮਲ ਸਾਮਰਾਜੀ ਗੁਲਾਮੀ ਦਾ ਦੌਰ ਹੈ। ਤਾਂ ਉਹਦੇ ਵਿੱਚ ਸਾਡੇ ਜਿਹੜੀਆਂ ਖਪਤਕਾਰੀ ਜਿਹੜਾ ਅਮਰੀਕੀ ਜਿਹੜਾ ਸੱਭਿਆਚਾਰ ਹੈ, ਜਿਹੜਾ ਕੰਜ਼ਿਊਮਰ ਕਲਚਰ ਉਹ ਭਾਰੂ ਹੋ ਗਿਆ। ਤਾਂ ਇਹ ਕਲਚਰ ਖਾਸ਼ ਬੇਸਡ ਹੈ। ਇਹਦਾ ਜਿਹੜਾ ਮੁੱਖ ਜਿਹੜਾ ਇਹ ਲੋੜਾਂ 'ਤੇ ਨਹੀਂ, ਇਹ ਖਾਸ਼ਾਂ 'ਤੇ ਬੇਸਡ ਹੈ। ਤਾਂ ਜ਼ਾਹਰ ਹੈ ਕਿ ਇੱਥੇ ਜਿਹੜਾ ਪ੍ਰਵਾਸ ਹੈ ਹੁਣ ਉਹ ਜਿਹੜਾ ਕੁਆਲੀਟੇਟਿਵਲੀ ਜਾਂ ਸਿਫਤੀ ਤੌਰ 'ਤੇ ਜਾਂ ਗੁਣਾਤਮਕ ਤੌਰ 'ਤੇ ਹੀ ਉਹਦੇ ਨਾਲੋਂ ਵੱਖਰਾ ਹੋ ਗਿਆ। ਤਾਂ ਹੁਣ ਠੀਕ ਹੈ, ਕੁਛ ਲੋਕ ਹਾਲੇ ਵੀ ਜਿਹੜੇ ਨੇ ਉਹ ਸਧਾਰਨ ਜਾਂ ਗਰੀਬ ਕਿਸਾਨੀ ਪਰਿਵਾਰਾਂ ਤੋਂ ਜਾ ਰਹੇ ਨੇ, ਲੇਕਿਨ ਇਸ ਵੇਲੇ ਜਿਹੜੇ ਮੁੱਖ ਤੌਰ 'ਤੇ ਜਿਹੜੇ ਜ਼ਿਆਦਾ ਜਿਹੜੇ ਪ੍ਰਵਾਸ ਹੋ ਰਿਹਾ ਉਹ ਸਮਾਜ ਦੇ ਹੋਰ ਵਰਗਾਂ 'ਚ ਹੋ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਸਭ ਤੋਂ ਜ਼ਿਆਦਾ ਜੇ ਜਾ ਰਹੇ ਨੇ ਤੇ IPS ਅਫਸਰਾਂ ਦੇ ਬੱਚੇ ਜਾ ਰਹੇ ਨੇ। ਅੱਛਾ, ਫਿਰ ਜਿਹੜੇ ਨੇ ਸ਼ਹਿਰੀ ਜਿਹੜੀ ਪੜ੍ਹੀ ਲਿਖੀ ਮਿਡਲ ਕਲਾਸ ਦੇ ਬੱਚੇ ਜਾ ਰਹੇ ਨੇ, ਫਿਰ ਅਮੀਰ ਕਿਸਾਨੀ ਦੇ ਬੱਚੇ ਜਾ ਰਹੇ ਨੇ। ਬਿਲਕੁਲ। ਹੁਣ ਇਹ ਸਾਰੇ ਲੋਕ ਜਿਹੜਾ ਅਸੀਂ ਕਹਿੰਦੇ ਜੀ ਤਾਂ ਜਾ ਰਹੇ ਨੇ ਕਿ ਇਹਨਾਂ ਨੂੰ ਇੱਥੇ ਰੁਜ਼ਗਾਰ ਨਹੀਂ ਮਿਲਦਾ, ਇਹਨਾਂ ਕੋਲ ਸਾਧਨ ਹੈ ਨੇ। ਇਹ ਸਾਰੀਆਂ ਜਮਾਤਾਂ ਕੋਲ ਸਾਧਨ ਨੇ ਕਿ ਇਹ ਇੱਥੇ ਮਤਲਬ ਆਪਣੇ ਬੱਚਿਆਂ ਨੂੰ ਚੰਗੀ
ਮਤਲਬ ਰੋਟੀ ਪਾਣੀ ਦੇ ਸਕਦੇ ਨੇ, ਉਹਨਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਹੋ ਰਿਹਾ। ਤਾਂ ਇਹ ਲੋਕ ਕਿਉਂ ਜਾ ਰਹੇ ਨੇ? ਤਾਂ ਜ਼ਾਹਰ ਹੈ ਕਿ ਇਹ ਆਪਣੀਆਂ ਖਾਸ਼ ਦੇ ਵਿੱਚ ਜਿਹੜੀ ਮੁੱਖ ਜਿਹੜੀ ਚੀਜ਼ ਹੈ ਉਹ ਹੈ ਕਿ ਥੋੜ੍ਹੇ ਤੋਂ ਥੋੜ੍ਹੇ ਸਮੇਂ 'ਚ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਿਸ ਤਰ੍ਹਾਂ ਬਣਾਇਆ ਜਾ ਸਕੇ। ਔਰ ਉਹਦੇ ਵਿੱਚ ਇਹ ਹੁੰਦਾ ਹੈ ਕਿ ਜਿਹੜੀ ਐਕਸਚੇਂਜ ਰੇਟ ਹੈ, ਜਿਹੜਾ ਸਾਡੇ ਪੈਸੇ ਦੀ ਜਿਹੜੀ ਐਕਸਚੇਂਜ ਦਰ ਹੈ ਰੁਪਏ ਦੀ ਉੱਥੋਂ ਦੀ ਕਰੰਸੀ ਦੇ ਨਾਲ, ਇਹ ਮੁੱਖ ਕਾਰਨ ਹੈ ਪ੍ਰਵਾਸ ਦਾ। ਔਰ ਆਪਾਂ ਇਹ ਕੋਈ ਅੰਕੜਾ ਇਹ ਸਾਬਤ ਕਰ ਦੇਗਾ ਕਿ ਜਦੋਂ ਰੁਪਏ ਦੀ, ਔਰ ਜੇ ਆਪਾਂ ਅਮਰੀਕੀ ਡਾਲਰ ਚਲੋ ਲੈ ਲੈਂਦੇ ਕਿ ਸਭ ਤੋਂ ਜਿਹੜੀ ਇਸ ਵੇਲੇ ਦੁਨੀਆ ਦੀ ਜੇ ਤਕੜੀ ਕਰੰਸੀ ਹੈ ਤੇ ਅਮਰੀਕੀ ਡਾਲਰ ਹੈ, ਡਾਲਰ ਡੋਮੀਨੇਟਡ ਕਰੰਸੀ ਹੈ। ਤਾਂ ਜੇ ਆਪਾਂ ਹੁਣ ਡਾਲਰ ਤੇ ਰੁਪਏ ਦੀ ਜਿਹੜੀ ਤੁਲਨਾ ਕਰਦੇ ਹਾਂ, ਐਕਸਚੇਂਜ ਰੇਟ ਜਿਹੜਾ, ਤਾਂ 1950 ਦੇ ਵਿੱਚ ਬਰਾਬਰ ਦਾ ਸੀਗਾ, 1 ਰੁਪਇਆ 1 ਡਾਲਰ। ਤਾਂ ਅੱਜ ਹੈਗਾ ਤਕਰੀਬਨ 75 ਰੁਪਏ ਇੱਕ ਡਾਲਰ ਅਮਰੀਕੀ, 75 ਰੁਪਏ ਦਾ, ਯਾਨੀ ਕਿ 70 ਸਾਲਾਂ ਬਾਅਦ ਜਿਹੜਾ ਹੈ 70 ਸਾਲਾਂ 'ਚ ਕਿੰਨਾ 70 ਗੁਣਾ ਤੋਂ ਫਰਕ ਪੈ ਗਿਆ। ਹੁਣ ਦੇਖੋ ਤੁਸੀਂ, ਹੁਣ ਜੇ ਆਪਾਂ ਇੱਕ ਗ੍ਰਾਫ ਬਣਾਈਏ ਕਿ ਪੰਜਾਬ 'ਚੋਂ ਕਿੰਨੇ ਲੋਕ ਬਾਹਰ ਗਏ ਆ, ਅਮਰੀਕਾ ਗਏ ਆ ਜਾਂ ਬਾਹਰ, ਤਾਂ ਮਤਲਬ ਇਹ ਬਿਲਕੁਲ ਸਮਾਨਾਂਤਰ ਚੱਲੇਗਾ। ਜਿਉਂ-ਜਿਉਂ ਰੁਪਏ ਦੀ ਕੀਮਤ ਘਟੀ ਹੈ, ਅਮਰੀਕੀ ਡਾਲਰ ਦੀ ਵਧੀ ਹੈ, ਤਿਉਂ-ਤਿਉਂ ਸਾਡੇ ਲੋਕਾਂ ਦੀ ਉੱਥੇ ਪ੍ਰਵਾਸੀਆਂ ਦੀ ਗਿਣਤੀ ਵਧੀ ਹੈ। ਔਰ ਇਹ ਬਿਲਕੁਲ ਪੈਰਲਲ ਚੱਲਣਗੇ, ਸਮਾਨਾਂਤਰ ਗ੍ਰਾਫ ਚੱਲਣਗੇ। ਤਾਂ ਇਹ ਮੁੱਖ ਕਾਰਨ ਹੈਗਾ। ਔਰ ਕੌਣ ਨਿਰਧਾਰਿਤ ਕਰਦਾ ਹੈ? ਮਤਲਬ ਡਾਲਰ ਦੀ, ਪਾਊਂਡ ਦੀ, ਕੈਨੇਡੀਅਨ ਡਾਲਰ ਦੀ, ਇਹ ਸਾਮਰਾਜੀ ਦੇਸ਼ ਕਰਦੇ ਸਾਡੇ ਹੱਕ 'ਚ। ਤਾਂ ਇਸ ਕਰਕੇ ਉਹ ਨਿਰਧਾਰਿਤ ਕਰਦੇ ਨੇ ਐਕਸਚੇਂਜ ਰੇਟ ਜਿਹੜਾ ਹੈਗਾ। ਤਾਂ ਜ਼ਾਹਰ ਹੈ ਕਿ ਉਹ ਆਪਣੀਆਂ ਲੋੜਾਂ ਦੇ ਅਨੁਸਾਰ ਜਿਹੜਾ ਜਿੰਨੇ ਕੁ ਉਹਨਾਂ ਨੂੰ ਪ੍ਰਵਾਸੀ ਚਾਹੀਦੇ ਨੇ, ਓਨਾ ਹੀ ਉਹ ਜਿਹੜਾ ਰੇਟ ਜਿਹੜਾ ਉਹ ਆਪਣਾ ਵਧਾ ਦਿੰਦੇ ਆਪਣੀ ਕਰੰਸੀ ਦਾ। ਔਰ ਮੇਰਾ ਦਾਅਵਾ ਹੈਗਾ ਕਿ ਜੇ ਆਪਾਂ ਜੇ ਸੱਚੀ ਮੁੱਚੀ ਜੇ ਕਹਿੰਦੇ ਵਿਸ਼ਵੀਕਰਨ ਸੱਚੇ, ਇਹ ਤਾਂ ਝੂਠਾ ਵਿਸ਼ਵੀਕਰਨ ਹੈ। ਜੇ ਸੱਚਾ ਆ ਜਾਏ ਤਾਂ ਦੁਨੀਆ 'ਚ ਇੱਕੋ ਕਰੰਸੀ ਹੋ ਜਾਏ, ਤਾਂ ਇਹਦਾ ਮਤਲਬ ਹੈ ਕਿ ਸਾਰੀ ਕਰੰਸੀ ਅੱਡ ਪਾਰ ਹੋ ਜਾਏ, ਰੁਪਇਆ, ਡਾਲਰ, ਪਾਊਂਡ। ਤਾਂ ਮੈਨੂੰ ਲੱਗਦਾ ਕਿ ਬਿਲਕੁਲ ਪ੍ਰਵਾਸ ਰੁਕ ਜਾਏਗਾ, ਬਲਕਿ ਜਿਹੜੇ ਲੋਕ ਗਏ ਹੋਏ ਉਹ ਵੀ ਵਾਪਸ ਆ ਜਾਣਗੇ। ਤਾਂ ਇਹ ਮਤਲਬ ਮੁੱਖ ਕਾਰਨ ਹੈ ਜਿਹੜੀ ਐਕਸਚੇਂਜ ਦੇ ਰੇਟ ਦੇ ਵਿੱਚ ਜਿਹੜੀ ਹੈ, ਜਿਹੜੀ ਅਸਾਵਾਂਪਣ ਤੁਸੀਂ ਕਹਿੰਦੇ ਹੋ ਨਾ, ਜਿਹੜੀ ਸਾਮਰਾਜੀ ਅਸਾਵਾਂਪਣ ਹੈ, ਇਹੀ ਪ੍ਰਵਾਸ ਦਾ ਜਿਹੜਾ ਮੁੱਖ ਕਾਰਨ ਹੈ। ਔਰ ਉਹ ਨਿਰਧਾਰਿਤ ਕੌਣ ਕਰ ਰਿਹਾ? ਪਹਿਲਾਂ ਸਾਡੀਆਂ ਲੋੜਾਂ ਸੀ ਕਿ ਸਾਡੇ ਲੋਕ ਜਾਂਦੇ ਸੀ, ਹੁਣ ਇਹ ਸਾਮਰਾਜੀ ਦੇਸ਼ਾਂ ਦੀ ਜਿਹੜੀ ਲੋੜ ਹੈ ਔਰ ਸਾਡੀਆਂ ਕਾਸ਼ਾਂ ਨੇ, ਉਹਨਾਂ ਦੀਆਂ ਲੋੜਾਂ ਨੇ ਤੇ ਸਾਡੇ ਉਹਨਾਂ ਦੀ ਲੋੜ ਕਿਉਂ ਹੈ ਕਿ ਉੱਥੇ ਜਿਹੜਾ ਹੁਣ ਸਸਤੀ ਲੇਬਰ, ਫਰਟੀਲਿਟੀ ਰੇਟ, ਪਹਿਲੀ ਗੱਲ ਹੈ ਕਿ ਫਰਟੀਲਿਟੀ ਰੇਟ ਘਟ ਗਿਆ ਉਹਨਾਂ ਦਾ। ਉਹਨਾਂ ਕੋਲ ਬੰਦੇ ਹੀ ਨਹੀਂ ਹੈਗੇ। ਉਹਨਾਂ ਕੋਲ ਮਤਲਬ ਜਿਹੜੇ ਹੈ ਉਹਨਾਂ ਦੀ ਜਿਹੜੀ ਪਾਪੂਲੇਸ਼ਨ ਹੈਗੀ ਆ, ਪਹਿਲਾਂ ਤਾਂ ਬੱਚੇ ਹੀ ਨਹੀਂ ਪੈਦਾ ਹੋ ਰਹੇ, ਤੇ ਦੂਜੀ ਹੈਗੀ ਕਿ ਏਜਿੰਗ ਪਾਪੂਲੇਸ਼ਨ ਹੈਗੀ, ਕਿ ਉਮਰ ਬਜ਼ੁਰਗ ਹੋਈ ਜਾਂਦੇ ਨੇ। ਹੁਣ ਉਹ ਜਿਹੜੀ ਪੈਦਾਵਾਰਕ ਨਹੀਂ ਹੈ, ਉਹਦਾ ਸਗੋਂ ਉਹਨਾਂ ਨੂੰ ਪੈਨਸ਼ਨਾਂ ਦੇਣੀਆਂ ਪੈਂਦੀਆਂ, ਖਰਚਾ ਦੇਣਾ ਪੈਂਦਾ। ਅਤੇ ਹੁਣ ਉਹਨਾਂ ਨੂੰ ਬੰਦੇ ਜੇ ਕੋਈ ਕੰਮ ਕਰਨ ਵਾਲੇ ਹੋਣਗੇ ਤਾਂ ਉਹਨਾਂ ਦਾ ਵੀ ਖਰਚਾ ਦੇਣਗੇ। ਤਾਂ ਇਸ ਕਰਕੇ ਉਹਨਾਂ ਨੂੰ ਮਤਲਬ ਉਹਨਾਂ ਦੀ ਲੋੜ ਹੈ ਬੰਦੇ ਲਿਆਉਣਾ। ਹੁਣ ਕੈਨੇਡਾ 'ਚ ਸਭ ਤੋਂ ਜ਼ਿਆਦਾ ਪ੍ਰਵਾਸ ਹੋ ਰਿਹਾ ਆਪਣਾ, ਤਾਂ 70% ਜਿਹੜੇ ਨੇ ਅੱਜ ਜਿਹੜੇ ਨੌਜਵਾਨ ਜਿਹੜੇ ਜਾ ਰਹੇ ਨੇ ਉਹ ਕੈਨੇਡਾ ਜਾ ਰਹੇ ਨੇ, ਹੈ ਜੀ। ਤਾਂ ਮੁੱਖ ਤੌਰ 'ਤੇ ਜੇ ਆਪਾਂ ਇਹ ਕਹਿ ਦਈਏ ਕਿ ਅਸਲ ਦੇ ਵਿੱਚ ਜੇ ਜੋ ਪੰਜਾਬ ਦੀ ਸਮੱਸਿਆ ਹੈ ਪ੍ਰਵਾਸ ਦੀ, ਕੈਨੇਡਾ ਬਨਾਮ ਪੰਜਾਬ ਦੀ ਗੱਲ ਹੋ ਰਹੀ ਹੈ, ਤਾਂ ਉੱਥੇ ਜਿਹੜਾ ਹੈਗਾ ਫਰਟੀਲਿਟੀ ਰੇਟ 1.5 ਹੈ, 1.5 ਹੈ, ਅਤੇ 2.1 ਘੱਟੋ ਘੱਟ ਚਾਹੀਦਾ। ਤਾਂ ਹਰ ਕੈਨੇਡੀਅਨ ਸਮਾਜ ਨੂੰ ਹਰ ਸਾਲ 1% ਪਾਪੂਲੇਸ਼ਨ ਜਿਹੜੀ ਹੈਗੀ ਆ, ਉਹ ਮਤਲਬ ਜਿਹੜੀ ਘੱਟੋ ਘੱਟ ਉਹਨਾਂ ਦੀ ਰਿਕੁਆਇਰਮੈਂਟ ਹੈ ਕਿ ਉਹਦੇ ਬਿਨਾਂ ਉਹਨਾਂ ਦਾ ਕੰਮ ਹੀ ਨਹੀਂ ਚੱਲਦਾ। ਮਤਲਬ ਇਸ ਕਰਕੇ ਉਹਨਾਂ ਦੀ ਜੇ ਮਤਲਬ ਜੇ ਲਾ ਲਓ ਕਿ ਮਤਲਬ 3.5 ਕਰੋੜ ਪਾਪੂਲੇਸ਼ਨ, 3.5 ਲੱਖ ਬੰਦਾ ਤਾਂ ਉਹਨਾਂ ਨੂੰ ਘੱਟੋ ਘੱਟ ਜਿਹੜਾ ਹਰ ਸਾਲ ਚਾਹੀਦਾ। ਇੱਕ ਤਾਂ ਇਹ ਚੀਜ਼ ਹੈ ਵੀ ਉਹਨਾਂ ਦਾ ਕੰਮ। ਦੂਸਰੀ ਚੀਜ਼ ਕਿ ਉਹ ਪ੍ਰਵਾਸੀਆਂ ਨੂੰ ਮਤਲਬ ਜਿਹੜਾ ਕੰਮ ਉਹਨਾਂ ਨੇ ਆਪਣੇ ਬੰਦਿਆਂ ਨੇ ਕਰਨਾ, ਅਸੀਂ ਉਹਨਾਂ ਦਾ ਕਿਤੇ ਉਹਨਾਂ ਤੋਂ ਸਸਤਾ ਕਰਨ ਨੂੰ ਤਿਆਰ ਹਾਂ। ਤਾਂ ਅਸੀਂ ਜਿਹੜਾ ਉਹਨਾਂ ਦੇ ਇੱਕ ਤਰ੍ਹਾਂ ਨਾਲ ਜਾ ਕੇ ਉਹਨਾਂ ਦੀ ਮਤਲਬ ਨਾ ਸਿਰਫ ਸਸਤੀ ਲੇਬਰ, ਬਲਕਿ ਉਹਨਾਂ ਜਿਹੜੇ ਲੋਕ ਉੱਥੇ ਨੇ ਉਹਨਾਂ 'ਤੇ ਵੀ ਦਬਾਅ ਪੈਂਦਾ ਕਿ ਉਹ ਵੀ ਮਤਲਬ ਜਿਹੜੇ ਵੇਜਿਸ ਨੂੰ ਕੰਟਰੋਲ ਰੱਖਦੇ ਹਾਂ ਅਸੀਂ। ਤਾਂ ਸਰਮਾਏਦਾਰੀ ਦੇ ਅਸੀਂ ਫਿੱਟ ਆਉਂਦੇ ਹਾਂ। ਜਿਹੜੇ ਲੋਕ ਨੇ ਉੱਥੇ ਉਹ ਸਾਨੂੰ ਅੱਛਾ ਨਹੀਂ ਸਮਝਦੇ, ਕਿਉਂਕਿ ਉਹ ਕਹਿੰਦੇ ਨੇ ਕਿ ਆ ਕੇ ਇੱਕ ਤਾਂ ਸਾਡੀਆਂ ਨੌਕਰੀਆਂ ਖੋਹ ਰਹੇ ਨੇ, ਅਤੇ ਦੂਸਰਾ ਜਿਹੜਾ ਹੈਗਾ ਇਹ ਸਾਡੀਆਂ ਜਿਹੜੀਆਂ ਵੇਜਿਸ ਨੇ ਤਨਖਾਹਾਂ ਘਟਵਾਉਂਦੇ ਨੇ। ਤਾਂ ਇੱਥੇ ਸਰਮਾਏਦਾਰੀ ਦੇ ਅਤੇ ਲੋਕਾਂ ਦੇ ਜਿਹੜੇ ਹਿੱਤ ਨੇ ਸਰਮਾਏ ਦੇ, ਉਹ ਬਿਲਕੁਲ ਉਲਟ ਨੇ।
ਕਿ ਜਿਹੜੇ ਸਧਾਰਨ ਲੋਕ ਜਿਹੜੇ ਨੇ ਉਹ ਗੋਰੇ ਜਿਹੜੇ ਸਾਨੂੰ ਚੰਗਾ ਨਹੀਂ ਸਮਝਦੇ, ਪਰ ਸਰਮਾਏਦਾਰੀ ਜਿਹੜੀ ਸਾਨੂੰ ਉਹਦੇ ਲਈ ਅਸੀਂ ਬੜੇ ਜਿਹੜੇ ਮਤਲਬ ਲਾਹੇਵੰਦ ਸੀ। ਤੋ ਦੂਸਰੀ ਚੀਜ਼ ਕਿ ਮਤਲਬ ਜਿਹੜਾ ਉਹ ਸਾਨੂੰ ਇੱਥੋਂ ਕਹਿ ਤਾਂ ਰਹੇ ਨੇ ਵੀ ਜਿਹੜੀਆਂ ਜੌਬਸ ਉੱਥੇ ਕੈਨੇਡਾ ਦੇ ਵਿੱਚ ਉਹ ਆਪਣੇ ਲੋਕਾਂ ਨੂੰ ਤਾਂ ਇਹ ਕਹਿੰਦੇ ਨੇ ਕਿ ਭਾਈ ਅਸੀਂ ਇਹਨਾਂ ਨੂੰ ਇਸ ਕੰਮ ਲਈ ਲਿਆ ਰਹੇ ਹਾਂ ਜਿਹੜੇ ਕੰਮ ਤੁਸੀਂ ਨਹੀਂ ਕਰਨਾ ਚਾਹੁੰਦੇ। ਤੋ ਇੱਥੇ ਕੀ ਕਹਿੰਦੇ ਨੇ, ਇੱਥੇ ਕਹਿੰਦੇ ਨੇ ਜੀ ਤੁਹਾਨੂੰ ਅਸੀਂ ਬੱਚਿਆਂ ਨੂੰ ਕਹਿੰਦੇ ਨੇ ਅਸੀਂ ਤੁਹਾਡੇ ਉਚੇਰੀ ਵਿੱਦਿਆ, ਸਾਰੇ ਉਹਨਾਂ ਨੂੰ ਇਹੀ ਪ੍ਰਚਾਰ ਹੋ ਰਿਹਾ ਵੀ ਬੱਚੇ ਉਚੇਰੀ ਵਿੱਦਿਆ ਲੈਣ ਜਾ ਰਹੇ। ਹੁਣ ਜਿਹੜੇ ਵੀ ਕੰਮ ਕਰਨੇ ਨੇ ਉਹਨਾਂ ਨੇ, ਹੁਣ ਤੁਸੀਂ ਹੁਣੇ ਹੀ ਦੇਖਿਆ ਹੋਊਗਾ ਇੰਗਲੈਂਡ 'ਚ ਵੀ ਹੈ, ਅਮਰੀਕਾ 'ਚ ਵੀ ਹੈ, ਕੈਨੇਡਾ 'ਚ ਵੀ, ਸਭ ਤੋਂ ਜ਼ਿਆਦਾ ਅਗਰ ਕਿਸੇ ਕੰਮ ਦੀ ਘਾਟ ਹੈ ਉਹਨਾਂ ਕੋਲ ਤਾਂ ਟਰੱਕ ਡਰਾਈਵਰਾਂ ਦੀ ਹੈ। ਹੁਣੇ ਸ਼ਾਇਦ ਤੁਸੀਂ ਪੜ੍ਹਿਆ ਹੋਵੇ ਅਖਬਾਰਾਂ 'ਚ ਵੀ ਇੰਗਲੈਂਡ ਦੇ ਵਿੱਚ 1 ਲੱਖ ਦੀ ਘਾਟ ਹੈ ਟਰੱਕ ਡਰਾਈਵਰ ਦੀ, 1 ਲੱਖ ਦੀ ਹੈ ਜੀ। ਤੋ ਇਹੀ ਹਾਲ ਅਮਰੀਕਾ 'ਚ, ਇਹੀ ਕੈਨੇਡਾ 'ਚ ਹੈ, ਕਿਉਂਕਿ ਉੱਥੇ ਦੇ ਲੋਕ ਟਰੱਕ ਡਰਾਈਵਰ ਨਹੀਂ ਬਣਨਾ ਚਾਹੁੰਦੇ। ਸਟੱਡੀ ਅਮਰੀਕਾ 'ਚ ਵੀ ਹੋ ਚੁੱਕੀ ਹੈ, ਜਦੋਂ ਲੋਕਾਂ ਨੂੰ ਪੁੱਛਿਆ ਜਾਂਦਾ ਕਿਹੜਾ ਪੇਸ਼ਾ ਤੁਸੀਂ ਨਹੀਂ ਅਖਤਿਆਰ ਕਰਨਾ ਚਾਹੁੰਦੇ ਤਾਂ ਉਹ ਹੈ ਟਰੱਕ ਡਰਾਈਵਰ। ਔਰ ਸਭ ਤੋਂ ਜ਼ਿਆਦਾ ਸਾਡੇ ਬੱਚੇ ਜਿਹੜੇ ਟਰੱਕ ਡਰਾਈਵਰ ਬਣ ਜਾ ਰਹੇ ਆ। ਤੋ ਇਹ ਜਿਹੜੀਆਂ ਜੌਬ ਨੇ ਟਰੱਕ ਡਰਾਈਵਰ, ਅਸੀਂ ਜਿਹੜਾ ਹੈਗਾ ਜਾਂ ਅਸੀਂ ਜਿਹਨੂੰ ਕਹਿੰਦੇ ਜੈਨੀਟੋਰੀਅਲ, ਸਫਾਈ ਦਾ ਕੰਮ, ਟੋਇਲਟ ਕਲੀਨਿੰਗ ਵਗੈਰਾ, ਇਹਨੂੰ ਜੈਨੀਟੋਰੀਅਲ ਜੌਬ, ਜੈਨੀਟਰ ਜੌਬ ਜਿਹੜੀਆਂ ਨੇ। ਅੱਛਾ, ਫਿਰ ਸਿਕਿਉਰਿਟੀ ਗਾਰਡ ਦੀ ਜੌਬ ਹੈ, ਫਿਰ ਜਿਹੜਾ ਹੈਗਾ ਪੀਜ਼ਾ ਜਿਹੜੀ ਡਿਲੀਵਰੀ ਦੀ ਕੰਮ, ਜਾਂ ਬੈਰੀਆਂ ਫਾਰਮਾਂ ਤੋੜਨੀਆਂ, ਜਾਂ ਕੁੜੀਆਂ ਵਾਸਤੇ ਜਿਹੜੇ ਨੈਨੀ ਜਿਹੜੇ ਆਇਆ ਦਾ ਕੰਮ ਹੈ। ਇਹ ਸਾਰੇ ਕੰਮ ਨੇ ਜਿਹੜੇ ਮਤਲਬ ਜਿਹੜੇ ਸਾਡੇ ਬੱਚੇ ਜ਼ਿਆਦਾ ਕਰਦੇ ਨੇ ਤੇ ਜਿਹੜੇ ਉਹ ਨਹੀਂ ਕਰਨਾ ਚਾਹੁੰਦੇ ਜਨਰੇਸ਼ਨ ਨਹੀਂ ਕਰਨਾ। ਲੇਕਿਨ ਹੁਣ ਸੋਚੋ ਵੀ ਇਹ ਸਾਰਿਆਂ ਕੰਮਾਂ ਲਈ ਇਹਦੇ 'ਚ ਹਾਇਰ ਐਜੂਕੇਸ਼ਨ ਦੀ ਕੀ ਲੋੜ ਹੈ ਇੱਥੇ? ਕਿਉਂ ਇਹਨਾਂ ਬੱਚਿਆਂ ਨੂੰ ਜ਼ਬਰਦਸਤੀ ਪੜ੍ਹਾਇਆ ਜਾ ਰਿਹਾ ਜਦ ਕਿ ਇਹਨਾਂ ਕੰਮਾਂ ਲਈ ਕੋਈ ਐਜੂਕੇਸ਼ਨ ਦੀ ਲੋੜ ਹੀ ਨਹੀਂ ਹੈ? ਤਾਂ ਇਹਨਾਂ ਨੂੰ ਮਤਲਬ ਕਿਉਂ ਪੜ੍ਹਾਇਆ ਜਾ ਰਿਹਾ? ਮੋਟੀਆਂ ਫੀਸਾਂ ਕਿਉਂ ਵਸੂਲੀਆਂ ਜਾ ਰਹੀਆਂ? ਨਾ ਸਿਰਫ ਮੋਟੀਆਂ ਜੀ, 3 ਗੁਣਾ ਜ਼ਿਆਦਾ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ 3 ਗੁਣਾ ਜ਼ਿਆਦਾ ਫੀਸ ਲਈ ਜਾਂਦੀ ਹੈ ਜੋ ਕੈਨੇਡੀਅਨ ਬੱਚੇ ਦੀ ਜਿਹੜੀ ਫੀਸ ਹੈ। ਤੋ ਸਾਡੇ ਤੋਂ ਇੰਨਾ ਅੱਛਾ, ਇੱਕ ਤਾਂ ਇਹ ਬੋਝ ਪਾਇਆ ਜਾਂਦਾ ਜਿਹਦੀ ਕੋਈ ਲੋੜ ਹੀ ਨਹੀਂ, ਕਿਉਂਕਿ ਨਾ ਉਹਨਾਂ ਨੇ ਵਿਚਾਰਿਆਂ ਨੂੰ ਉਹ ਜਿਹੜੀ ਐਜੂਕੇਸ਼ਨ ਉਹਨਾਂ ਦੇ ਕੰਮ ਆਉਣੀ ਹੈ, ਤੇ ਉਹਨਾਂ ਨੂੰ ਮਤਲਬ ਫੋਰਸ ਕੀਤਾ ਜਾਂਦਾ, ਉਹਨਾਂ 'ਤੇ ਮਜਬੂਰ ਕੀਤਾ ਜਾਂਦਾ ਹੈ ਵੀ ਉਹ ਮਤਲਬ ਲੈਣਾ ਤਾਂ ਉਹਨਾਂ ਨੇ, ਉਹਨੂੰ ਕਹਿੰਦੇ ਨੇ PR। ਹਰ ਇੱਕ ਬੱਚੇ ਨੂੰ ਪਤਾ ਹੈ ਮੈਂ PR ਲੈਣਾ। ਤੇ ਲੇਕਿਨ ਉਹਦੇ ਇਹ ਵਿੱਚ ਜ਼ਰੂਰੀ ਕਰਤਾ ਕਿ ਤੁਸੀਂ ਪਹਿਲਾਂ ਕਿਤੇ ਐਡਮਿਸ਼ਨ ਲਓ। ਅੱਛਾ, ਫਿਰ ਜਿਹੜੇ ਬੱਚੇ ਜਾਂਦੇ ਨੇ ਜਿਹੜੇ ਪੁਰਾਣੇ ਸੀਗੇ ਜਿਹੜੇ, ਉਹ ਤਾਂ ਮਤਲਬ ਉੱਥੋਂ ਉਹਨਾਂ ਨੂੰ ਸੀਗਾ, ਉਹਨਾਂ ਦਾ ਇਹੀ ਸੀ ਕਿ ਪੈਸਾ ਕਮਾ ਕੇ ਵਾਪਸ ਆਉਣਾ। ਹੁਣ ਦੇ ਜਿਹੜੇ ਬੱਚੇ ਨੇ ਉਹ ਪਹਿਲਾਂ ਹੀ ਇਹ ਸੋਚ ਕੇ ਜਾਂਦੇ ਵੀ ਅਸੀਂ ਵਾਪਸ ਨਹੀਂ ਆਉਣਾ, ਬਲਕਿ ਉਹ ਆਪਣੇ ਮਾਂ ਬਾਪ ਨੂੰ ਇੱਥੇ ਕਹਿੰਦੇ ਨੇ ਕਿ ਦੇਖੋ ਨਾ ਅਸੀਂ ਆਉਣਾ, ਨਾ ਸਾਡੇ ਬੱਚਿਆਂ ਨੇ ਕਿਤੇ ਮੁੜ ਕੇ ਆਉਣਾ। ਉਹ ਕਹਿੰਦੇ ਨੇ ਕਿ ਵੀ ਤੁਸੀਂ ਵੀ ਜਿਹੜਾ ਇੱਥੇ ਕੋਈ ਜਿਹੜੀ ਜ਼ਮੀਨ ਜਾਇਦਾਦ ਪੰਜਾਬ 'ਚ ਬਚੀ ਹੈ ਉਹ ਵੀ ਵੇਚੋ, ਤੁਸੀਂ ਵੀ ਆਓ। ਤੇ ਹੁਣ ਇੱਕ ਤਾਂ ਇਹ ਹੈ ਕਿ ਉਹਦੇ ਨਾਲ ਜਿਹੜਾ ਹੈਗਾ ਵੀ ਪੰਜਾਬ ਦੇ ਵਿੱਚ ਜਿਹੜੀ ਹੈ ਕਿ ਅਸਥਿਰਤਾ ਜਿਹੜੀ ਪੈਦਾ ਹੁੰਦੀ ਹੈ, ਕਿ ਜਿਹੜੇ ਹੁਣ ਜਦੋਂ ਸਾਰੇ ਜਿਹਦਾ ਇੱਕ ਮਾਨਸਿਕਤਾ ਪੰਜਾਬ 'ਚ ਵਿਕਸਿਤ ਹੋ ਗਈ ਹੈ, ਜਿਹਨੂੰ ਮਤਲਬ ਜਿਹੜੇ ਕਹਿੰਦੇ ਜਿਨ੍ਹਾਂ ਲੋਕਾਂ ਨੇ ਜੜੋਂ ਪੁੱਟੀ ਹੋਈ ਮਾਨਸਿਕਤਾ ਜਿਹੜੀ ਅਪਰੂਟਡ, ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਹਾਂ ਵੀ ਅਸੀਂ ਜਿਹੜਾ ਇੱਕ ਜਿਹੜੀ ਖਾਨਾ ਬਦੋਸ਼ ਜਾਂ ਟੱਪਰੀ ਵਾਸ ਮਾਨਸਿਕਤਾ, ਜਿਹਨੂੰ ਅੰਗਰੇਜ਼ੀ 'ਚ ਨੋਮੈਡਿਕ ਐਗਜ਼ਿਸਟੈਂਸ ਵੀ ਕਹਿੰਦੇ, ਪੰਜਾਬ ਨੋਮੈਡਿਕ ਐਗਜ਼ਿਸਟੈਂਸ ਚਲਾ ਗਿਆ ਹੈਗਾ। ਕਿ ਜਦੋਂ ਤੁਸੀਂ ਕਿਸੇ ਵੀ ਜਾ ਕੇ ਦੇਖ ਸਕਦੇ ਹੋ ਗੱਲ ਕਿ ਮਤਲਬ ਕਿ ਕੀ ਸਾਡੀ ਮਾਨਸਿਕਤਾ ਬਣ ਚੁੱਕੀ ਹੈ, ਕਿ ਮਤਲਬ ਤੁਹਾਨੂੰ ਹੈਰਾਨੀ ਹੋਏਗੀ ਜਾਂ ਤੁਹਾਨੂੰ ਸ਼ਾਇਦ ਨਹੀਂ ਵੀ ਹੋਏਗੀ ਕਿਉਂਕਿ ਤੁਸੀਂ ਵੀ ਲੋਕਾਂ 'ਚ ਵਿਚਰਦੇ ਹੋ, ਕਿ ਕਿਸੇ ਪੰਜਾਬ ਦੇ ਕਿਸੇ ਦੂਰ ਦੁਰਾਡੇ ਪਿੰਡ 'ਚ ਵੀ ਚਲੇ ਜਾਓ ਔਰ ਬਿਲਕੁਲ ਅਨਪੜ੍ਹ ਲੋਕਾਂ ਨੂੰ, ਜਿਹੜੀਆਂ ਮਤਲਬ ਬਜ਼ੁਰਗਾਂ ਨਾਲ, ਬੁੜੀਆਂ ਨਾਲ ਉਹਨਾਂ ਨੂੰ ਇੰਨੀ ਨੌਲੇਜ ਹੈਗੀ ਕਿ ਕਿੰਨੇ ਆਈਲੈਟ ਦੇ ਬੈਂਡ ਹੁੰਦੇ ਆ, ਉਹਨਾਂ ਨੂੰ ਇਹ ਪਤਾ ਹੈਗਾ ਕਿ ਕਿਹੜੇ ਦੇਸ਼ 'ਚ ਕਿਹੜੀਆਂ ਸਹੂਲਤਾਂ ਮਿਲਦੀਆਂ, ਕਿੰਨੀ ਪੈਨਸ਼ਨ ਕਿੱਥੇ ਲਵਾਉਣੀ ਸੌਖੀ ਹੈ, ਕਿੱਥੇ ਔਖੀ ਹੈ, ਕੀ ਟਰਮਸ ਨੇ। ਉਹ ਤੁਹਾਡੇ ਮੇਰੇ ਵਰਗੇ ਪੜ੍ਹੇ ਲਿਖੇ ਨਾਲੋਂ ਉਹ ਜ਼ਿਆਦਾ ਉਹਨਾਂ ਨੂੰ ਨੌਲੇਜ ਹੈ। ਤਾਂ ਇੱਕ ਪੰਜਾਬ ਦੀ ਮਾਨਸਿਕਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਇਸ ਵੇਲੇ ਉਹਨਾਂ ਦੇ ਜਿਹੜਾ ਸਭ ਤੋਂ ਵੱਡੀ, ਜੇ ਪੰਜਾਬੀਆਂ ਵਾਸਤੇ ਇਸ ਵੇਲੇ ਤਾਂ ਵੀਜ਼ੇ ਦੀ ਗੱਲ ਹੋ ਰਹੀ ਹੈ ਹਰ ਥਾਂ 'ਤੇ, ਮਤਲਬ ਜਿਹੜਾ ਨਾ ਇਹ ਉਹਨਾਂ ਦੇ ਬ੍ਰੇਨ ਵਾਸ਼ ਕੀਤੇ ਗਏ ਨੇ, ਇਹ ਇਸ ਹੱਦ ਤੱਕ ਸਾਡੇ ਸਮਾਜ ਨੂੰ ਜਿਹੜਾ ਅਸਥਿਰ ਕੀਤਾ ਗਿਆ। ਫਿਰ ਇਹਨਾਂ ਬਜ਼ੁਰਗਾਂ ਨੂੰ ਅਸੀਂ ਲੈ ਜਾਂਦੇ ਹਾਂ ਉੱਥੇ। ਹੁਣ ਦੇਖੋ ਤੁਸੀਂ ਵੀ ਬਜ਼ੁਰਗ ਜਿਹੜੇ ਨੇ, ਮਤਲਬ ਇੱਕ ਸਾਰੀ ਉਮਰ ਕਿਸੇ ਬੰਦੇ ਨੇ ਇੱਕ ਜਗ੍ਹਾ ਕੱਟੀ ਹੈ ਸਮਾਜ 'ਚ, ਤੇ ਉਹਨੂੰ ਚੱਕ ਕੇ ਤੁਸੀਂ ਦੂਜੇ ਸਮਾਜ 'ਚ ਲੈ ਜਾਓ, ਉਹਦੀ ਐਡਜਸਟਮੈਂਟ ਬੜੀ ਡਿਫਿਕਲਟ ਹੈ। ਅੱਛਾ, ਫਿਰ ਜਿਹੜਾ ਹੈਗਾ ਕਈ ਹੋਰ ਫਰਕ ਪੈ ਜਾਂਦੇ ਨੇ। ਇੱਕ ਤਾਂ ਫਰਕ ਹੈ ਅੰਗਰੇਜ਼ ਬੋਲੀ ਦਾ ਫਰਕ ਹੈ,
ਇੱਕ ਤੌਰ ਤਰੀਕਿਆਂ ਦਾ ਫਰਕ ਹੈ, ਮੈਨਰਿਜ਼ਮ ਦਾ ਫਰਕ ਹੈ। ਤਾਂ ਹੁਣ ਕਈਆਂ ਨੂੰ, ਸਾਡੇ ਬਜ਼ੁਰਗਾਂ ਨੂੰ, ਬਹੁਤਿਆਂ ਨੂੰ ਅੰਗਰੇਜ਼ੀ ਆਉਂਦੀ ਨਹੀਂ ਇੰਨੀ। ਅੱਛਾ, ਜੇ ਅੰਗਰੇਜ਼ੀ ਆਉਂਦੀ ਵੀ ਹੈ ਤਾਂ ਉਹਨਾਂ ਨੂੰ ਐਕਸੈਂਟ ਜਿਹੜਾ, ਉਹਨਾਂ ਦਾ ਲਹਿਜਾ ਨਹੀਂ ਸਮਝ ਆਉਂਦਾ। ਅੱਛਾ, ਜੇ ਮੰਨ ਲਿਆ ਉਹਨਾਂ ਨੂੰ ਅੰਗਰੇਜ਼ੀ ਵੀ ਆਉਂਦੀ ਹੈ, ਲਹਿਜਾ ਵੀ ਸਮਝ ਆਉਂਦਾ, ਤਾਂ ਉੱਥੋਂ ਦਾ ਜਿਹੜਾ ਮੈਨਰਿਜ਼ਮ ਹੈ, ਤੌਰ ਤਰੀਕੇ, ਉਹ ਨਹੀਂ ਸਮਝ ਆਉਂਦੇ ਉਹਨਾਂ ਨੂੰ, ਉਹ ਯੂਜ਼ ਟੂ ਨਹੀਂ ਹੈਗੇ। ਤਾਂ ਉਹ ਉਹਨਾਂ ਦਾ ਉੱਥੇ ਓਪਰਾਪਨ ਜਿਹੜਾ ਉਹ ਹੋਏਗਾ, ਉਹਨਾਂ ਨੂੰ ਓਪਰਾ ਮਹਿਸੂਸ ਹੋਏਗਾ। ਅਤੇ ਨਾਲ ਫਿਰ ਉੱਥੇ ਹੈਗਾ ਕਿ ਕਲਾਈਮੈਟਿਕ ਫੈਕਟਰ ਜਿਹੜੇ ਨੇ, ਮਤਲਬ ਕਿ ਠੰਡ ਇੰਨੀ ਜ਼ਿਆਦਾ ਹੈਗੀ ਆ। ਠੰਡ ਜ਼ਿਆਦਾ ਹੋਣ ਨਾਲ ਜਿਹੜੇ ਬਜ਼ੁਰਗ ਇੱਥੇ ਹੁਣ ਤੁਰੇ ਫਿਰਦੇ ਨੇ ਇੱਥੇ, ਕਿ ਉਹ ਜਾ ਕੇ ਚਲੋ ਗੁਆਂਢ ਚਲੇ ਗਏ ਕਿਸੇ ਕੋਲ, ਜੇ ਨਾਲ ਕੋਈ ਗੁਰਦੁਆਰਾ ਸਾਹਿਬ ਉੱਥੇ ਹੀ ਚਲੇ ਗਏ, ਜਾਂ ਨਹੀਂ ਤਾਂ ਮਤਲਬ ਦੁਕਾਨ ਹੀ ਚਲੇ ਗਏ, ਕਿਸੇ ਪਾਰਕ ਚਲੇ ਗਏ। ਹੁਣ ਉੱਥੇ ਜਾ ਕੇ ਸਾਰੀ ਉਹਨਾਂ ਦੀ ਜਿਹੜੀ, ਇੱਕ ਤਾਂ ਸਰਦੀ ਕਰਕੇ ਮੂਵਮੈਂਟ ਜਿਹੜੀ ਹੈ ਲਿਮਿਟ ਹੋ ਜਾਂਦੀ, ਸੀਮਿਤ ਹੋ ਜਾਂਦੀ, ਲਿਮਿਟ ਹੋ ਜਾਂਦੀ, ਐਕਟੀਵਿਟੀਆਂ ਬੰਦ ਹੋ ਜਾਂਦੀਆਂ। ਦੂਸਰੀ ਚੀਜ਼ ਹੈਗੀ ਕਿ ਜਿਹੜਾ ਹੁਣ ਕੈਨੇਡਾ ਜਿਹੜਾ ਹੈ, ਪੰਜਾਬ ਨਾਲੋਂ 100 ਗੁਣਾ ਤੋਂ ਵੀ ਜ਼ਿਆਦਾ ਏਰੀਆ ਵੱਡਾ ਹੈ ਉਹਦਾ, ਤਾਂ ਉਸੇ ਹਿਸਾਬ ਨਾਲ ਜਿਹੜੇ ਡਿਸਟੈਂਸ ਜਿਹੜੇ ਵੱਧ ਜਾਣਗੇ, ਕਿਉਂਕਿ ਹਰ ਇੱਕ ਥਾਂ 'ਤੇ ਡਰਾਈਵ ਕਰਕੇ ਜਾਣਾ ਪੈਂਦਾ, ਤਾਂ ਬੰਦਾ ਤੁਰ ਫਿਰ ਕੇ ਨਹੀਂ ਜਾ ਸਕਦਾ। ਫਿਰ ਹੈਗਾ ਕਿ ਠੰਡ ਇੰਨੀ ਜ਼ਿਆਦਾ ਹੈ ਕਈ ਉੱਥੇ, ਕਿ ਠੰਡ ਦੇ ਵਿੱਚ ਜਿਹੜਾ ਆਉਣਾ ਜਾਣਾ, ਜਿਹੜਾ ਉਹ ਘਰੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ। ਸਾਡੇ ਏਸ਼ੀਅਨ ਮੁਲਕਾਂ ਦੇ ਲੋਕਾਂ ਨੂੰ ਤਾਂ ਸਾਡਾ ਜਿਹੜਾ ਸਮਾਜਿਕ ਜਿਹੜਾ ਅੰਤਰਕਿਰਿਆ, ਸੋਸ਼ਲ ਇੰਟਰੈਕਸ਼ਨ, ਉਹ ਬਹੁਤ ਘੱਟ ਜਾਂਦਾ ਬੰਦੇ ਦਾ। ਅਤੇ ਦੂਸਰਾ ਜਿਹੜਾ ਕਿ ਅਸੀਂ ਦੇਖਦੇ ਹਾਂ ਕਿ ਡਾਕਟਰੀ ਦੇ ਤੌਰ 'ਤੇ ਵੀ, ਕਿ ਜਿਹੜਾ ਸਾਨੂੰ ਜਿਹੜਾ ਡਿਪਰੈਸ਼ਨ ਤੋਂ ਜਿਹੜਾ ਬਚਾਉਂਦਾ ਹੈ ਜਿਹੜਾ, ਤਾਂ ਉਹ ਸਾਡੇ ਅੰਦਰ ਹਾਰਮੋਨ ਨੇ, ਜਿਹਨੂੰ ਐਂਡੋਰਫਿਨ ਕਹਿੰਦੇ ਨੇ। ਸਾਡੇ ਇੱਕ ਸਾਡਾ ਮਤਲਬ ਬੋਡੀ ਇਹ ਜਿਹੇ ਬਣਾਉਂਦੀ ਹੈ ਹਾਰਮੋਨ, ਜਿਹੜੇ ਸਾਨੂੰ ਡਿਪਰੈਸ਼ਨ ਤੋਂ, ਜਿਹੜੇ ਸਾਡਾ ਮੂਡ ਜਿਹੜਾ ਉੱਪਰ ਰੱਖਦੇ ਆ, ਐਲੀਵੇਟ ਕਰਦੇ ਆ, ਚੰਗਾ ਅਸੀਂ ਮਹਿਸੂਸ ਕਰਦੇ ਹਾਂ, ਤਾਂ ਜਿਹਨੂੰ ਫੀਲ ਗੁੱਡ ਹਾਰਮੋਨ ਕਿਹਾ ਜਾਂਦਾ। ਹੁਣ ਉਹ ਜਿਹੜੇ ਨੇ, ਉਹ ਬਕਾਇਦਾ ਉਸ ਮਤਲਬ ਸੂਰਜ ਦੀ ਜਿਹੜੀ ਧੁੱਪ ਹੈ, ਲਾਈਟ ਹੈ, ਸਨ ਲਾਈਟ ਹੈ, ਉਹਦੇ ਨਾਲ ਉਹ ਰਿਲੀਜ਼ ਹੁੰਦੇ ਨੇ ਬੋਡੀ 'ਚ। ਹੁਣ ਕੈਨੇਡਾ ਦੇ ਵੀ ਤਾਂ ਕਈ ਥਾਂ 'ਤੇ ਇਹੋ ਜਿਹੇ ਨੇ, ਸਰਦੀਆਂ 'ਚ ਖਾਸ ਕਰਕੇ, ਕਿ ਕਈ ਮਹੀਨਿਆਂ ਤੱਕ ਸੂਰਜ ਨਹੀਂ ਨਿਕਲਦਾ, ਤਾਂ ਉਹਦੇ ਨਾਲ ਬੰਦਾ ਜਿਹੜਾ ਡਿਪਰੈਸ਼ਨ ਚਲੇ ਜਾਂਦਾ। ਇੱਕ ਮਤਲਬ ਇੱਕ ਡਿਪਰੈਸ਼ਨ ਦੀ ਇੱਕ ਖਾਸ ਅੱਗੋਂ ਇੱਕ ਵੈਰਾਈਟੀ ਹੈਗੀ, ਜਿਹਨੂੰ ਕਹਿੰਦੇ SAD, ਸੀਜ਼ਨਲ ਅਫੈਕਟਿਵ ਡਿਸਆਰਡਰ, ਕਿ ਉਹ ਹੁੰਦਾ ਕਿ ਸਰਦੀਆਂ ਦੇ ਵਿੱਚ ਡਿਪਰੈਸ਼ਨ ਹੋ ਜਾਂਦੀ ਹੈ, ਜਦੋਂ ਕਿ ਬੰਦਾ ਮਤਲਬ ਜਦੋਂ ਧੁੱਪ ਨਹੀਂ ਹੁੰਦੀ ਜਾਂ ਘਰ ਬਹਿਣਾ ਪੈਂਦਾ, ਜੋ ਸੋਸ਼ਲ ਇੰਟਰੈਕਸ਼ਨ ਘੱਟ ਜਾਂਦਾ। ਤਾਂ ਕਹਿਣ ਦਾ ਮਤਲਬ ਇੰਨੀ ਵੱਡੀ ਸਮੱਸਿਆ ਹੈ ਇਹ ਜਿਹੜੀ ਡਿਪਰੈਸ਼ਨ ਦੀ ਕੈਨੇਡਾ ਦੇ ਵਿੱਚ, ਕਿ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ। ਜਿਹੜੇ ਮੇਰਾ ਤਾਂ ਮਤਲਬ ਨਿੱਜੀ ਵੀ ਤਜਰਬਾ ਹੈਗਾ, ਮੈਂ ਤਾਂ ਜਾਣਦਾ ਉੱਥੇ ਲੋਕ, ਪਰ ਮੈਂ ਮਤਲਬ ਜਿਹੜੇ ਉੱਥੇ ਦੇ ਸਾਈਕੈਟਰਿਸਟ ਨੇ, ਜਿਹੜੇ ਪ੍ਰੈਕਟਿਸ ਕਰ ਰਹੇ ਨੇ, ਜਿਹੜੇ ਮਤਲਬ ਮਨੋਰੋਗਾਂ ਦੇ ਜਿਹੜੇ ਮਾਹਰ ਨੇ, ਉਹ ਤੁਹਾਨੂੰ ਦੱਸਣਗੇ ਵੀ ਪੰਜਾਬੀਆਂ 'ਚ ਕਿੰਨੀ ਜ਼ਿਆਦਾ ਡਿਪਰੈਸ਼ਨ ਹੈ। ਤਾਂ ਲੇਕਿਨ ਹੁਣ ਸਾਨੂੰ ਜਿਹੜਾ ਹੈਗਾ ਪੂਰੀ ਤਰ੍ਹਾਂ ਇਹ ਜਿਹੜੀਆਂ ਚੀਜ਼ਾਂ ਨੇ, ਨਾ ਪੱਖੀ ਚੀਜ਼ਾਂ ਨੇ, ਵੀ ਬਜ਼ੁਰਗਾਂ ਦੀ ਜਿਹੜੀ ਦੁਰਦਸ਼ਾ ਹੋ ਰਹੀ ਹੈ, ਜਾਂ ਜਿਹੜੇ ਸਾਡੇ ਡਿਪਰੈਸ਼ਨ ਜਿਹੜੀ ਵੱਧਦੀ ਹੈ, ਇਹ ਚੀਜ਼ਾਂ ਬਾਰੇ ਅਸੀਂ ਕੋਈ ਗੱਲ ਹੀ ਨਹੀਂ ਕਰਦੇ। ਇਹਨਾਂ ਬਾਰੇ ਸਾਨੂੰ ਤਾਂ ਸਿਰਫ ਜਿਹੜਾ ਇੱਕ ਪਾਸੜ, ਜਿਹੜੀ ਦੇਖੋ, ਮੈਂ ਨਹੀਂ ਕਹਿੰਦਾ ਕੋਈ ਫਾਇਦਾ ਨਹੀਂ, ਕੋਈ ਠੀਕ ਹੈ, ਜ਼ਾਹਰ ਹੈ ਕਿ ਉੱਥੇ ਦੇ ਸਮਾਜ ਦੇ ਜਾਂ ਮਾਇਕ ਪ੍ਰਵਾਸ ਦੇ ਫਾਇਦੇ ਵੀ ਨੇ, ਲੇਕਿਨ ਸਵਾਲ ਤਾਂ ਇਹ ਹੈ ਕਿ ਅਸੀਂ ਜੇ ਇੱਕ ਪਾਸੜ ਹੋ ਕੇ ਫੈਸਲਾ ਕਰਾਂਗੇ, ਤਾਂ ਉਹ ਫੈਸਲੇ ਸਾਡੇ ਹਮੇਸ਼ਾ ਗਲਤ ਹੋਣਗੇ। ਤਾਂ ਇਸ ਕਰਕੇ ਜ਼ਰੂਰੀ ਹੈ ਕਿ ਜਿੱਥੇ ਸਾਨੂੰ ਪਤਾ ਲੱਗੇ ਵੀ ਕੈਨੇਡਾ ਦੇ ਸਾਨੂੰ ਕੀ ਫਾਇਦੇ ਹੋਣੇ ਆ, ਉੱਥੇ ਸਾਨੂੰ ਇਹ ਵੀ ਗਿਆਨ ਹੋਵੇ ਕਿ ਉੱਥੇ ਨੁਕਸਾਨ ਸਾਨੂੰ ਕੀ ਹੋਣਾ। ਹੁਣ ਇਸ ਵੇਲੇ ਪੰਜਾਬ 'ਚ ਨੁਕਸਾਨਾਂ 'ਤੇ ਤਾਂ ਇੱਦਾਂ ਪੋਚਾ ਫੇਰਿਆ ਹੋਇਆ, ਤੁਸੀਂ ਨੁਕਸਾਨ 'ਤੇ ਤਾਂ ਗੱਲ ਕਰ ਹੀ ਨਹੀਂ ਸਕਦੇ। ਇੱਥੇ ਤਾਂ ਇੱਕੋ ਹੀ ਗੱਲ ਇਹ ਹੋ ਰਹੀ ਹੈ ਕਿ ਕੈਨੇਡਾ ਸਵਰਗ ਹੈ, ਪੰਜਾਬ ਨਰਕ ਹੈ। ਇਹ ਹੈ ਜਿਹੜੀ, ਔਰ ਉਹਦੇ 'ਚ ਹੈਰਾਨੀ ਦੀ ਗੱਲ ਹੈ ਕਿ ਬੜੇ ਜਿਹੜੇ ਵੱਡੇ IAS ਅਫਸਰ ਔਰ ਦੂਜੇ ਤੀਜੇ ਜਿਹੜੇ ਨੇ, ਉਹ ਇਹ ਕਹਿ ਰਹੇ ਨੇ ਕਿ ਪੰਜਾਬ ਜਿਹੜਾ ਹੈਗਾ ਉਹ ਸਵਰਗ ਹੈ, ਤੇ ਇਹ ਹੁਣ ਰਹਿਣ ਦੇ ਕਾਬਿਲ ਨਹੀਂ ਹੈ। ਔਰ ਇਹ ਬਿਲਕੁਲ ਜਿਹੜਾ ਸੱਚਾਈ ਤੋਂ ਦੂਰ ਹੈ ਗੱਲ। ਜਿਹੜੀ ਜਿੰਨਾ ਮਰਜ਼ੀ ਪੰਜਾਬ 'ਚ ਹਾਲਾਤ ਮਾੜੇ ਨੇ, ਹਾਲੇ ਵੀ ਬਹੁਤ ਸਾਰੇ ਲੋਕ ਜਿਹੜੇ ਨੇ, ਉਹ ਖਾਸ ਕਰਕੇ ਬਜ਼ੁਰਗ ਜਦੋਂ ਨਿਰਾਸ਼ ਹੁੰਦੇ ਨੇ, ਤੇ ਉੱਥੇ ਡਾਕਟਰ ਹੀ ਉਹਨਾਂ ਨੂੰ ਸਲਾਹ ਦਿੰਦੇ ਨੇ ਕਿ ਇਹਨਾਂ ਨੂੰ, ਜਦੋਂ ਉਹਨਾਂ ਦਾ ਡਿਪਰੈਸ਼ਨ ਜਾਂ ਹੋਰ ਕੋਈ ਇਲਾਜ ਨਹੀਂ ਹੁੰਦਾ, ਉਹ ਸਾਰੇ ਇਲਾਜ, ਤਾਂ ਫਿਰ ਉਹ ਅਖੀਰ 'ਚ ਕਹਿੰਦੇ ਨੇ ਇਹਨੂੰ ਪੰਜਾਬ ਵਾਪਸ ਲੈ ਜਾਓ। ਤਾਂ ਇਸ ਕਰਕੇ ਜੇ ਪੰਜਾਬ ਰਹਿਣ ਦੇ ਕਾਬਿਲ ਹੀ ਨਹੀਂ, ਤੇ ਇਹੋ ਜਿਹੇ ਲੋਕ ਜਿਹੜੇ ਮਤਲਬ, ਅੱਛਾ ਹੁਣ ਮੈਂ ਤਾਂ ਸਮਝਦਾ ਸਿਰਫ ਬਜ਼ੁਰਗਾਂ ਲਈ ਹੁੰਦਾ। ਹੁਣ ਇੱਕ ਸਾਡਾ ਡਰਾਈਵਰ, ਉਹਨੇ ਦੱਸਿਆ ਕਿ ਉਹ ਕੋਈ ਬੰਦਾ ਮਤਲਬ ਜਿਹੜਾ ਨਾ, ਉਹ ਮਤਲਬ ਬਜ਼ੁਰਗ ਵੀ ਨਹੀਂ ਆ, ਜਵਾਨ ਵੀ, ਤੇ ਉਹਨੂੰ ਡਿਪਰੈਸ਼ਨ ਹੋ ਗਈ,
ਤੇ ਉਹ ਕਿਉਂਕਿ ਲੈ ਕੇ ਜਾਂਦਾ ਕਈਆਂ ਨੂੰ, ਮਤਲਬ ਜਿਹੜਾ ਨਾ ਉਹ 에ਅਰਪੋਰਟ ਤੇ ਡਰਾਈਵਰਾਂ ਨੂੰ ਵੀ ਪਤਾ ਰਹਿੰਦਾ ਐਕਸਪੀਰੀਅੰਸ ਹੋ ਗਿਆ। ਉਹ ਕਹਿੰਦਾ ਕਿ ਉਹਨੂੰ ਬੜੀ ਡਿਪਰੈਸ਼ਨ, ਤੇ ਉਹਨਾਂ ਨੇ ਇਹੀ ਉਹਨੂੰ ਕਿਹਾ ਵੀ ਤੂੰ 2-3 ਸਾਲ ਪੰਜਾਬ ਲਾਇਆ ਤੇ ਤੇਰੀ ਉੱਥੇ ਹੀ ਡਿਪਰੈਸ਼ਨ ਠੀਕ ਹੋ ਸਕਦੀ ਹੈ, ਇੱਥੇ ਨੇ ਤੂੰ ਡਿਪਰੈਸ਼ਨ ਚੋਂ ਬਾਹਰ ਆਉਣਾ। ਤੋ ਇਹ ਵੀ ਇੱਕ ਮਤਲਬ, ਲੇਕਿਨ ਇਹ ਵੀ ਜਿਹੜਾ ਕਦੀ ਡਿਪਰੈਸ਼ਨ ਦੀ ਗੱਲ ਜਿਹੜੀ ਹੈ ਕਦੀ ਨਹੀਂ ਅਸੀਂ ਸੁਣੀ ਵੀ ਐਡੀ ਵੱਡੀ ਸਮੱਸਿਆ ਹੈਗੀ ਆ। ਤੋ ਇਹ ਜਿਹੜੀ ਚੀਜ਼ ਹੈ ਨਾ ਕਿ ਸਾਨੂੰ ਜਿਹੜਾ ਹੈਗਾ ਅਧੂਰਾ ਸੱਚ ਜਿਹੜਾ ਹੈ, ਔਰ ਜਦੋਂ ਅਧੂਰਾ ਸੱਚ ਜਿਹੜਾ ਹੁੰਦਾ ਹੈ ਉਹ ਝੂਠ ਨਾਲੋਂ ਜ਼ਿਆਦਾ ਖਤਰਨਾਕ ਹੁੰਦਾ ਹੈ। ਬਿਲਕੁਲ ਮਤਲਬ ਕਿਉਂਕਿ ਜਦੋਂ ਤੁਸੀਂ ਹੁਣ ਗੱਲ ਜਿਹੜੀ ਝੂਠੀ ਹੈ ਨਾ, ਤਾਂ ਉਹ ਬੰਦੇ ਨੂੰ ਜੱਚਦੀ ਨਹੀਂ ਹੁੰਦੀ ਕਿ ਬੰਦਾ ਕਹਿੰਦਾ ਵੀ ਇਹ ਝੂਠ ਬੋਲ ਰਿਹਾ, ਲੇਕਿਨ ਜਦੋਂ ਤੁਸੀਂ ਅਧੂਰਾ ਸੱਚ ਦੱਸੋਗੇ ਨਾ ਤੇ ਉਹ ਮਤਲਬ ਬੰਦੇ ਨੂੰ ਜਿਹੜਾ ਹੈਗਾ ਉਹ ਜ਼ਿਆਦਾ ਮਤਲਬ ਤੁਹਾਡਾ ਯਕੀਨ ਕਰ ਲੈਂਦਾ ਤੁਸੀਂ ਉਹ ਇਸ ਕਰਕੇ ਇੱਕ ਅਸੀਂ ਅਧੂਰਾ ਸੱਚ ਦੱਸ ਰਹੇ ਹਾਂ ਵੀ ਉੱਥੇ ਆਹ ਬੈਨੀਫਿਟ, ਵਾਕਈ ਬੈਨੀਫਿਟ ਹੈ ਨੇ ਕਿ ਉੱਥੇ ਕਹਿੰਦੇ ਹਾਂਜੀ ਇੱਥੇ ਉੱਥੇ ਸਿਆਣੇ ਬਿਆਣੇ ਬੰਦੇ ਉਹ ਕਹਿੰਦੇ ਉੱਥੇ ਬਜ਼ੁਰਗਾਂ ਨੂੰ ਬੱਸ ਦਾ ਕਿਰਾਇਆ ਹੀ ਨਹੀਂ ਲੱਗਦਾ ਜੀ, ਉੱਥੇ ਇਹ ਹੁੰਦਾ। ਅੱਛਾ, ਉਹ ਕਹਿੰਦੇ ਬਜ਼ੁਰਗਾਂ ਨੂੰ ਪੈਨਸ਼ਨ ਮਿਲ ਜਾਂਦੀ ਹੈ, ਪਰ ਇਹ ਨਹੀਂ ਕਦੇ ਦੱਸਦਾ ਵੀ ਬਜ਼ੁਰਗਾਂ ਨੂੰ ਪੈਨਸ਼ਨ ਮਿਲਣ ਤੋਂ ਪਹਿਲਾਂ ਹੀ ਉਹਨਾਂ ਦੇ ਬੱਚੇ ਉਹਨਾਂ ਦੀ ਪੈਨਸ਼ਨ ਲੈ ਲੈਂਦੇ ਨੇ। ਉਹ ਕਹਿੰਦੇ ਵੀ ਦੇਖੋ ਅਸੀਂ ਮਕਾਨ ਦੀ ਕਿਸ਼ਤ ਦੇਣੀ, ਕਾਰ ਦੀ ਕਿਸ਼ਤ ਦੇਣੀ, ਉਹ ਬਜ਼ੁਰਗਾਂ ਦਾ ਕੋਈ ਉਹਨਾਂ ਦੇ ਹੱਥ ਜੇਬ 'ਚ ਪੈਸਾ ਨਹੀਂ ਆਉਂਦਾ, ਪੈਨਸ਼ਨ ਸਾਰੇ ਉਹ ਬੱਚੇ ਉਹਨਾਂ ਦੀ ਪਹਿਲਾਂ ਹੀ ਲੈ ਲੈਂਦੇ ਆ। ਅੱਛਾ, ਤੇ ਜੇ ਉਹਨਾਂ ਨੇ ਮਤਲਬ ਜੇ ਉਹਨਾਂ ਨੂੰ ਬੱਸ ਦੇ ਜਦੋਂ ਫ੍ਰੀ ਹੈਗੀ ਤੇ ਉਹ ਜਿਹੜੇ ਹੈਗੇ ਨੇ ਉਹਦਾ ਲੇਕਿਨ ਕਈ ਜਗ੍ਹਾ ਨੇ ਉਹ ਬੱਸਾਂ ਨਹੀਂ, ਉੱਥੇ ਫਿਰ ਬੱਸ ਜੇ ਜਾਂਦੀ ਹੈ ਤੇ ਉੱਥੋਂ ਅੱਗੇ ਫਿਰ ਤੁਰ ਕੇ ਜਾਣਾ ਪੈਂਦਾ ਜਿੱਥੇ ਉਹਨਾਂ ਨੇ ਜਾਣਾ ਹੁੰਦਾ। ਤਾਂ ਉਹ ਬਜ਼ੁਰਗਾਂ ਨੇ, ਮੈਂ ਤਾਂ ਹੰਡਾਇਆ ਇੰਨੇ ਸਾਲ ਕਿ ਬਜ਼ੁਰਗਾਂ ਨੂੰ ਬੜੀ ਵੱਡੀ ਸਮੱਸਿਆ ਹੈਗੀ ਕਿ ਉੱਥੇ ਮਤਲਬ ਜਿਹੜਾ ਕਿ ਜਿਹੜੀ ਮਤਲਬ ਉਹਨਾਂ ਨੂੰ ਆਵਾਜਾਈ ਦੀ ਜਾਂ ਫ੍ਰੀਲੀ ਜਿੱਦਾਂ ਨੂੰ ਆਪਾਂ ਕਹਿੰਦੇ ਆਜ਼ਾਦ ਤੌਰ 'ਤੇ ਮਤਲਬ ਤੁਰੇ ਫਿਰਨ ਦੀ ਜਿਹੜੀ ਬਹੁਤ ਵੱਡੀ ਸਮੱਸਿਆ ਹੈਗੀ ਆ। ਤੋ ਮੇਰੇ ਵਾਈਫ ਵੀ ਇਹਨਾਂ ਅਸੀਂ ਦੇਖਣਾ, ਅਸੀਂ ਕਦੇ ਗੁਰਦੁਆਰਾ ਸਾਹਿਬ ਜਾਣਾ, ਅਕਸਰ ਅਸੀਂ ਵੈਨਕੂਵਰ ਦੇਖਿਆ ਤੇ ਕੋਈ ਮੇਰੇ ਨਾਲ ਕੋਈ ਬਜ਼ੁਰਗ ਗੱਲ ਕਰਦਾ ਜ਼ਿਆਦਾ ਹੀ ਜਿਹਨੂੰ ਮੈਂ ਜਾਣਦਾ ਨਹੀਂ, ਜਾਂ ਮੇਰੀ ਵਾਈਫ ਨੂੰ ਕੋਈ ਬਜ਼ੁਰਗ ਔਰਤ ਇਹਦੇ ਨਾਲ ਕਾਫੀ ਗੱਲਾਂ ਕਰਦੀ, ਤਾਂ ਸਾਨੂੰ ਪਤਾ ਸੀ ਵੀ ਅਖੀਰ 'ਚ ਇਹਨੇ ਕੀ ਕਹਿਣਾ। ਸਾਡਾ ਤਜਰਬਾ ਹੋ ਗਿਆ ਸੀ, ਆਖਿਰ 'ਚ ਉਹਨਾਂ ਨੇ ਇਹੀ ਕਹਿਣਾ ਕਿ ਦੇਖੋ ਜੀ ਤੁਸੀਂ ਮਤਲਬ ਨਾ ਸਾਡੇ ਬੱਚਿਆਂ ਨੇ ਆ ਕੇ ਨਾ ਸਾਨੂੰ ਕਾਰ ਤੋਂ ਲੈਣ ਆਉਣਾ ਸੀਗਾ, ਉਹਨਾਂ ਨੂੰ ਕੰਮ ਪੈ ਗਿਆ, ਉਹ ਮਤਲਬ ਆ ਨਹੀਂ ਸਕਦੇ, ਤੁਸੀਂ ਜੇ ਮਾਈਂਡ ਨਾ ਕਰੋ ਤੇ ਸਾਨੂੰ ਉੱਥੇ ਤੱਕ। ਮੈਂ ਕਿਹਾ ਜਿਹੜਾ ਵੀ ਸਾਡੇ ਨਾਲ ਜ਼ਿਆਦਾ ਮਤਲਬ ਨਜ਼ਦੀਕੀ ਦਿਖਾਉਣ ਦੀ ਕੋਸ਼ਿਸ਼ ਕਰਦੇ, ਸਾਨੂੰ ਪਤਾ ਆਖਿਰ 'ਚ ਇਹਨੇ ਇਹੀ ਸਾਡੇ ਤੋਂ ਮੰਗ ਪਾਣੀ। ਤੋ ਇਹ ਮਤਲਬ ਇਹ, ਲੇਕਿਨ ਇਹ ਸੱਚਾਈਆਂ ਨਹੀਂ ਨਾ ਦੱਸੀਆਂ ਜਾਂਦੀਆਂ ਬਜ਼ੁਰਗਾਂ ਨੂੰ। ਹੁਣ ਜੇ ਉਹ ਕਹਿਣਗੇ ਜੀ ਉੱਥੇ ਤਾਂ ਬਜ਼ੁਰਗ ਇੱਥੇ ਇੱਕ ਬੜੇ ਆਏ ਉੱਥੇ ਬੰਦੇ ਤੇ ਉਹ ਬੜੇ ਸਿਆਣੇ, ਤੇ ਉਹ ਇਹੀ ਕਹਿ ਰਹੇ ਸੀ ਜੀ ਉੱਥੇ ਤਾਂ ਜੀ ਬਜ਼ੁਰਗਾਂ ਨੂੰ ਮਤਲਬ ਬਿਲਕੁਲ ਫ੍ਰੀ ਬੱਸਾਂ ਆਉਣ ਜਾਣ ਦਾ। ਪਰ ਮੈਂ ਕਿਹਾ ਵੀ ਦੇਖੋ ਉਹਦੇ ਬਾਵਜੂਦ ਕੀ ਬਜ਼ੁਰਗ ਜਿਹੜੇ ਮਤਲਬ ਇੱਦਾਂ ਫ੍ਰੀਲੀ ਤੁਰੇ ਫਿਰਦੇ ਨੇ ਕਦੇ ਨਹੀਂ। ਇਹ ਨਹੀਂ, ਇਹ ਅਧੂਰਾ ਸੱਚ ਹੋ ਗਿਆ ਨਾ। ਇਹ ਠੀਕ ਹੈ, ਇਹ ਵੀ ਗੱਲ ਠੀਕ ਹੈ ਕਿ ਉਹਨਾਂ ਨੂੰ ਵਾਕਈ ਮਤਲਬ ਜੇ ਮਤਲਬ ਫ੍ਰੀ ਬੱਸ ਦਾ, ਲੇਕਿਨ ਉਹਦੇ ਬਾਵਜੂਦ ਸੱਚਾਈ ਇਹ ਹੈ ਕਿ ਉਹਦੇ ਬਾਵਜੂਦ ਵੀ ਉਹ ਇੰਡੀਪੈਂਡੈਂਟ ਜਾਂ ਫ੍ਰੀਲੀ ਤੁਰੇ ਫਿਰ ਜਿੱਦਾਂ ਪੰਜਾਬ ਤੁਰੇ ਫਿਰਦੇ, ਇੱਦਾਂ ਦੀ ਉਹਨਾਂ ਨੂੰ ਆਜ਼ਾਦੀ ਨਹੀਂ ਹੈਗੀ, ਇੱਦਾਂ ਦੀ ਆਜ਼ਾਦੀ ਨਹੀਂ ਹੈਗੀ। ਹਾਂਜੀ ਡਾਕਟਰ ਸਾਹਿਬ, ਸ਼ੁਕਰੀਆ ਜੀ। ਡਾਕਟਰ ਸਾਹਿਬ ਇੱਕ ਇਸੇ ਤੁਹਾਡੇ ਸਵਾਲ ਨਾਲ ਹੀ ਜੁੜਿਆ ਹੋਇਆ ਅਗਲਾ ਨੈਕਸਟ ਜਿਹੜਾ ਆਪਣਾ ਕੁਐਸਚਨ ਹੋਊਗਾ ਉਹ ਇਹ ਹੈ ਵੀ ਖਾਸ ਕਰਕੇ ਤੁਸੀਂ ਸੋਸ਼ਲ ਸਾਰਾ ਜਿਹੜਾ ਸਿਨੈਰੀਓ ਸਾਡੇ ਸਾਹਮਣੇ ਕਰ ਦਿੱਤਾ ਕਿ ਕਿਸ ਤਰ੍ਹਾਂ ਬਜ਼ੁਰਗਾਂ ਦਾ ਜਾਂ ਆਮ ਜਿਹੜੀ ਸੁਸਾਇਟੀ ਹੈ ਸਾਡੀ, ਖਾਸ ਕਰਕੇ ਸਾਡੇ ਮੁਲਕਾਂ ਦੀ ਏਸ਼ੀਅਨ ਸੁਸਾਇਟੀ, ਪੰਜਾਬੀ ਸੁਸਾਇਟੀ ਉੱਧਰ ਰਹਿੰਦੀ ਹੈ, ਉਹਨਾਂ ਦੇ ਬਜ਼ੁਰਗਾਂ ਦਾ ਕੀ ਹਾਲ ਹੈ। ਅਤੇ ਫਿਰ ਵੀ ਮਤਲਬ ਸਾਡੇ ਜਿਹੜੇ ਛੋਟੇ ਬੱਚੇ ਨੇ, ਸਾਡੇ +2 ਪਾਸ ਜਿਹੜੇ ਸਾਡੇ ਬੱਚੇ ਨੇ, ਉਹ ਆਇਲਟਸ ਕਰਕੇ ਉੱਥੇ ਹੀ ਜਾਣਾ ਪਸੰਦ ਕਰਦੇ ਨੇ। ਕੀ ਡਾਕਟਰ ਸਾਹਿਬ ਇਹ ਸਾਡੇ ਮੁਲਕ ਦੇ ਸਮਾਜਿਕ, ਆਰਥਿਕ ਜਾਂ ਰਾਜਨੀਤਿਕ ਹਾਲਾਤ ਨੇ, ਜਾਂ ਇਹਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ ਵੀ ਮਤਲਬ ਕੀ ਇਸ ਤਰ੍ਹਾਂ ਦਾ ਜਿਹੜਾ ਹੈ ਸਿਨੈਰੀਓ ਜਿਹੜਾ ਸਾਡੇ ਪੰਜਾਬ ਦੇ ਵਿੱਚ ਉਹ ਬਣਾ ਦਿੱਤਾ ਗਿਆ ਕਿ ਜਿਹੜਾ ਅਸੀਂ ਪੰਜਾਬ ਦੀ ਨੌਜਵਾਨੀ ਨੂੰ ਅਸੀਂ ਘੜੀਸ ਕੇ ਜਿਹੜਾ ਹੈ ਉਹ ਪੱਛਮੀ ਦੇ ਮੁਲਕਾਂ ਵੱਲ ਲੈ ਕੇ ਜਾਣਾ ਹੈ। ਦੇਖੋ ਜੀ, ਪ੍ਰਵਾਸ ਜਿਹੜੀ ਇੱਕ ਬੜੀ ਗੁੰਝਲਦਾਰ ਜਿਹੜੀ ਸਮੱਸਿਆ ਹੈਗੀ, ਤਾਂ ਜ਼ਾਹਰ ਹੈ ਕਿ ਕਈ ਫੈਕਟਰ ਨੇ, ਇੱਕ ਫੈਕਟਰ ਨਹੀਂ ਹੈ, ਲੇਕਿਨ ਜਿਹੜੀ ਮਤਲਬ ਜੇ ਸਮੁੱਚੇ ਤੌਰ 'ਤੇ ਅਸੀਂ ਦੇਖਦੇ ਹਾਂ ਤਾਂ ਉਹਦੇ 'ਚ ਇੱਕ ਚੀਜ਼ ਮੈਨੂੰ ਜਿਹੜੀ ਲੱਗਦੀ ਹੈ ਕਿ ਇਹ ਮਤਲਬ ਸੁਤੇ ਸਿੱਧ ਨਹੀਂ ਹੋ ਰਿਹਾ। ਇਹ ਇੱਕ ਮਤਲਬ ਪੂਰੀ ਸਾਜ਼ਿਸ਼ ਦੇ ਨਾਲ ਜਿਹੜਾ ਪਲੈਨਡ ਹੈਗਾ ਕਿ ਉਹਦੇ ਵਿੱਚ ਜਿਹੜਾ ਹੈਗਾ ਕਿ ਪੰਜਾਬ ਨੂੰ ਜਿਹੜਾ ਅਲਟੀਮੇਟ ਇਹਦਾ ਗੋਲ ਹੈਗਾ ਜਿਹੜਾ ਉਹ ਮਤਲਬ ਇਹਦਾ ਕਿ ਪੰਜਾਬ ਨੂੰ ਮਤਲਬ ਜਿਹੜਾ ਇਹਦੀ ਡੈਮੋਗ੍ਰਾਫਿਕ ਚੇਂਜ ਲਿਆਉਣੀ, ਕਿ ਪੰਜਾਬ ਦੇ ਵਿੱਚ ਜਿਹੜੀ ਪੰਜਾਬੀ ਲੋਕਾਂ ਦੀ ਗਿਣਤੀ ਨੂੰ ਘੱਟ ਗਿਣਤੀ ਬਣਾਉਣਾ ਔਰ ਗੈਰ ਪੰਜਾਬੀ ਗਿਣਤੀ ਨੂੰ ਵਧਾਉਣਾ। ਇਹ ਇੱਕ ਸਾਜ਼ਿਸ਼ ਜਿਹੜੀ ਹੈ ਬਹੁਤ ਵੱਡੇ ਪੱਧਰ 'ਤੇ, ਔਰ ਮੈਨੂੰ ਘੱਟੋ ਘੱਟ ਜਿੰਨਾ ਤਜਰਬਾ ਹੋਇਆ ਲੰਬੇ ਸਮੇਂ ਦਾ ਤਜਰਬਾ,
ਤੇ ਉਹਦੇ ਵਿੱਚੋਂ ਮੈਨੂੰ ਇਹੀ ਪਤਾ ਲੱਗਿਆ ਵੀ ਇਹ ਸਾਜ਼ਿਸ਼ ਜਿਹੜੀ ਬਹੁਤ ਲੰਬਾ ਪਹਿਲਾਂ ਸਮਾਂ ਬਣ ਚੁੱਕੀ ਸੀਗੀ। ਔਰ ਇਹ ਸਾਜ਼ਿਸ਼ ਜਿਹੜੀ ਹੈਗੀ, ਇਹ ਮਤਲਬ ਜਿਹੜੀ ਸਾਜ਼ਿਸ਼ ਜਿਹੜੀ ਸੀ, ਜਦੋਂ ਅੰਗਰੇਜ਼ਾਂ ਨੇ 1849 ਤੋਂ 1900 ਤੱਕ, ਉਸ 50 ਸਾਲ ਦੇ ਪੀਰੀਅਡ 'ਚ ਜਦੋਂ ਉਹਨਾਂ ਨੇ ਸਾਡੇ ਲੋਕਾਂ ਦੀ ਮਾਨਸਿਕਤਾ ਦੇਖੀ, ਤਾਂ ਉਹਨਾਂ ਦਾ ਇੱਕ ਜਿਹੜਾ ਸੀ ਪੰਜਾਬ ਨੂੰ ਉਜਾੜਨ ਦਾ, ਪੰਜਾਬ ਨੂੰ ਕਮਜ਼ੋਰ ਕਰਨ ਦਾ, ਔਰ ਖ਼ਾਸ ਕਰਕੇ ਸਿੱਖਾਂ ਨੂੰ ਕਮਜ਼ੋਰ ਕਰਨ ਦਾ ਜਿਹੜਾ ਸੀ ਇੱਕ ਜਿਹੜਾ ਉਹਨਾਂ ਦਾ ਏਜੰਡਾ ਬਣ ਚੁੱਕਾ ਸੀ ਅੰਗਰੇਜ਼ਾਂ ਦਾ, ਸਾਮਰਾਜੀ ਜਿਹੜਾ ਏਜੰਡਾ ਸੀ ਬ੍ਰਿਟਿਸ਼ ਸਾਮਰਾਜ ਦਾ। ਤਾਂ ਉਹਦੇ ਉਸੇ ਸੰਦਰਭ ਦੇ ਵਿੱਚ ਜਦੋਂ ਕੁਈਨ ਵਿਕਟੋਰੀਆ ਦਾ ਜਿਹੜਾ ਮਤਲਬ ਜਿਹੜੇ 50 ਸਾਲ ਹੋਏ, ਗੋਲਡਨ ਜੁਬਲੀ ਹੋਈ, ਤੇ ਪੰਜਾਬ ਦੇ ਵਿੱਚੋਂ ਜਿਹੜੇ ਆ ਸਾਡੇ ਉਹ ਪਰੇਡ ਦੇ ਵਿੱਚ ਜਿਹੜੀ ਹੋਈ, ਉਹਦੇ ਸਾਡੇ ਫੌਜੀ ਸ਼ਾਮਲ ਹੋਏ। ਤਾਂ ਉਦੋਂ ਬਾਅਦ ਇੱਕ ਜਿਹੜੀ ਹੈ ਡਾਇਮੰਡ ਜੁਬਲੀ ਹੁੰਦੀ ਹੈ 50 ਤੋਂ ਬਾਅਦ 60ਵੇਂ ਸਾਲ, ਜਦੋਂ ਕੁਈਨ ਵਿਕਟੋਰੀਆ ਦੇ, ਇਹ 1900 ਦੇ ਕਰੀਬ ਹੈ। ਤਾਂ ਉਹਦੇ ਵਿੱਚ ਉਹ ਸੀਗਾ ਕਿ ਕੁਈਨ ਵਿਕਟੋਰੀਆ ਨੇ ਸਭ ਤੋਂ ਜ਼ਿਆਦਾ ਰਾਜ ਕੀਤਾ ਕਿਸੇ ਵੀ ਬ੍ਰਿਟਿਸ਼ ਸ਼ਾਸਕ ਨਾਲੋਂ। ਤਾਂ ਉਸ ਲਈ ਉਹਦੀ ਡਾਇਮੰਡ ਜੁਬਲੀ 60 ਸਾਲ ਪੂਰੇ ਕੀਤੇ ਉਹਨੇ, ਕਿਸੇ ਨੇ ਪਹਿਲਾਂ ਨਹੀਂ ਸੀ ਕੀਤੇ। ਤਾਂ ਉਹਦੇ ਵਿੱਚ ਉਚੇਚੇ ਤੌਰ 'ਤੇ ਜਿਹੜੀ ਫਿਰ ਇੱਥੋਂ ਗਈ ਪੰਜਾਬ ਤੋਂ ਸਾਡੇ ਜਿਹੜੇ ਮਤਲਬ ਫੌਜੀਆਂ ਦੀ ਟੁਕੜੀ ਜਿਹਨੇ ਪਰੇਡ 'ਚ ਹਿੱਸਾ ਲਿਆ। ਪਰ ਇੱਥੇ ਇੱਕ ਦੇਖੋ ਸਾਜ਼ਿਸ਼ ਕਿੱਥੋਂ ਆਉਂਦੀ ਹੈ ਕਿ ਇਸ ਫੌਜੀ ਟੁਕੜੀ ਨੂੰ ਵੈਨਕੂਵਰ ਲਿਜਾਂਦਾ ਗਿਆ, ਕੈਨੇਡਾ BC ਦੇ ਵਿੱਚ ਲਿਆਂਦਾ ਗਿਆ, ਤੇ ਉਹਨਾਂ ਨੂੰ ਉੱਥੇ ਦਿਖਾਇਆ ਗਿਆ ਕਿ ਦੇਖੋ ਇੱਥੇ ਕਿੰਨੀ ਜ਼ਮੀਨ ਖੁੱਲ੍ਹੀ ਪਈ ਹੈ, ਇੱਥੇ ਮਤਲਬ ਜਿਹੜੀ ਹੈਗੀ ਆ ਤੁਸੀਂ ਇੱਥੇ ਆਓ, ਇਹ ਤੁਹਾਡੇ ਲਈ ਇੱਥੇ ਇੰਨੇ ਖੁੱਲ੍ਹੀਆਂ ਜ਼ਮੀਨਾਂ। ਔਰ ਉਦੋਂ ਜਿਸ ਤਰ੍ਹਾਂ ਮੈਂ ਕਿਹਾ ਕਿ ਉਦੋਂ ਖਾਸ ਕਰਕੇ ਦੁਆਬਾ ਖੇਤਰ ਤੱਕ ਜ਼ਮੀਨ ਦੀ ਕਿੱਲਤ ਆ ਚੁੱਕੀ ਸੀਗੀ, ਔਰ ਉਹਨਾਂ ਨੂੰ ਕਹਿੰਦੇ ਅੰਨਾ ਕੀ ਪਾਲੇ ਦੋ ਅੱਖਾਂ, ਉਹਨਾਂ ਨੂੰ ਕਿਹਾ ਕਿ ਇੱਥੇ ਤਾਂ ਇੰਨੀਆਂ ਖੁੱਲ੍ਹੀਆਂ ਜ਼ਮੀਨਾਂ ਨੇ। ਔਰ ਉਹ ਜਿਹੜੇ ਫੌਜੀ ਵਾਪਸ ਆਏ ਆ, ਉਹਨਾਂ ਨੇ ਪੰਜਾਬ 'ਚ ਪ੍ਰਵਾਸ ਦਾ ਬਹੁਤ ਪ੍ਰਾਪੇਗੰਡਾ ਕੀਤਾ ਕਿ ਦੇਖੋ ਭਾਈ ਉੱਥੇ ਤਾਂ ਇੰਨਾ ਮੁਲਕ ਖੁੱਲ੍ਹੀਆਂ ਜ਼ਮੀਨਾਂ ਜਿੰਨੀਆਂ ਮਰਜ਼ੀ ਜਾ ਕੇ ਸਾਂਭ ਲਓ। ਤਾਂ ਉਹ ਮਤਲਬ ਇੱਕ ਸਾਜ਼ਿਸ਼ ਦੇ ਨਾਲ ਉਹਨਾਂ ਨੂੰ ਪਲਾਂਟ ਕੀਤਾ ਗਿਆ। ਤਾਂ ਫਿਰ ਮੈਨੂੰ ਇੱਕ ਆਪਣਾ ਨਿੱਜੀ ਤਜਰਬਾ ਹੋਰ ਹੋਇਆ ਜਿਹਦੇ 'ਚੋਂ ਮੈਨੂੰ ਲੱਗਿਆ ਕਿ ਇਹ ਜਿਹੜੀ ਸਾਜ਼ਿਸ਼ ਹੈਗੀ ਕਿ ਉਹ ਇਸ ਤਰ੍ਹਾਂ ਸੀ ਕਿ ਮੈਂ 1972 ਦੇ ਵਿੱਚ ਜਿਹੜਾ ਹੈਗਾ, ਮੈਂ 71 ਦੇ ਵਿੱਚ ਗਿਆ ਹੈਗਾ, 72 ਦੀ ਗੱਲ ਹੈ ਕਿ ਉਦੋਂ ਉੱਥੇ ਮਤਲਬ ਅਮਰੀਕਾ 'ਚ ਵੀਅਤਨਾਮ ਦੇ ਜਿਹੜੀ ਲੜਾਈ ਦੇ ਵਿਰੁੱਧ ਬੜੀ ਭਾਵਨਾ ਚੱਲ ਰਹੀ ਸੀ, ਬੜੀ ਮੂਵਮੈਂਟ ਸੀਗੀ। ਤੇ ਮੈਂ ਇੱਥੇ ਵੀ ਸਟੂਡੈਂਟ ਬੜਾ ਐਕਟਿਵ ਸੀਗਾ, ਆਪਣੇ ਮਤਲਬ ਸਟੂਡੈਂਟ ਯੂਨੀਅਨ ਦਾ ਪ੍ਰੈਜ਼ੀਡੈਂਟ ਸੀਗੇ। ਤੇ ਅਸੀਂ ਇੱਥੇ ਵੀਅਤਨਾਮ ਦੀ ਲੜਾਈ ਦੇ ਬਹੁਤ ਖਿਲਾਫ ਇੱਥੇ ਜੋ ਵੀ ਸੀ ਹਰ ਤਰ੍ਹਾਂ ਪ੍ਰਾਪੇਗੰਡਾ ਕੀਤਾ। ਤਾਂ ਜਦੋਂ ਮੈਂ ਅਮਰੀਕਾ ਗਿਆ ਤਾਂ ਮੈਨੂੰ ਤਾਂ ਕੋਈ ਓਪਰਾ ਲੱਗਿਆ ਹੀ ਨਹੀਂ, ਮੈਂ ਤਾਂ ਉੱਥੇ ਜਾ ਕੇ ਉੱਥੇ ਵੀ ਮੂਵਮੈਂਟ ਚੱਲ ਰਹੀ ਸੀ। ਅਤੇ ਮੈਂ ਅਕਸਰ ਯੂਨੀਵਰਸਿਟੀਆਂ ਜਾ ਕੇ ਸਟੂਡੈਂਟ ਨੂੰ ਲੈਕਚਰ ਦਿੱਤੇ, ਦੂਜਿਆਂ ਨੂੰ ਮਤਲਬ ਕਿ ਇਹਦੇ ਲੜਾਈ ਦੇ ਖਿਲਾਫ। ਤਾਂ ਮੇਰਾ ਆਉਣਾ ਜਾਣਾ ਬਣਿਆ ਸੀ ਯੂਨੀਵਰਸਿਟੀਆਂ। ਅਤੇ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ ਜਿਹੜੀ ਹੈਗੀ, ਉਹਦੇ 'ਚ ਬਹੁਤ ਸਾਰੇ ਭਾਰਤੀ ਡਾਕਟਰ ਅੰਬੇਡਕਰ ਵੀ ਉੱਥੋਂ ਮਤਲਬ ਪੜ੍ਹੇ ਨੇ। ਤਾਂ ਉੱਥੇ ਮਤਲਬ ਬੰਗਾਲੀ ਬੜੇ ਸਟੂਡੈਂਟ ਸੀਗੇ, PhD ਕਰ ਰਹੇ ਸੀ। ਤਾਂ ਉਹ ਸਾਡੇ ਨਾਲ ਮਤਲਬ ਬੜੇ ਦਿਮਾਗੀ ਬੰਦੇ, ਇੰਟਲੈਕਚੁਅਲ ਸੀਗੇ, ਅਤੇ ਉਹਨਾਂ ਨਾਲ ਮੇਰੀ ਬੜੀ ਉੱਠਣੀ ਬਹਿਣੀ ਹੋ ਗਈ। ਅਤੇ ਮੈਂ ਫਿਰ ਅਕਸਰ ਉਹਨਾਂ ਕੋਲ ਜਾਣਾ ਨਿਊਯਾਰਕ, ਕੋਲੰਬੀਆ ਯੂਨੀਵਰਸਿਟੀ। ਤਾਂ ਉਦੋਂ ਬੜੀ ਖੁੱਲ੍ਹ ਸੀ ਅਮਰੀਕਾ 'ਚ, ਕੋਈ ਜਿੱਥੇ ਮਰਜ਼ੀ ਤੁਸੀਂ ਤੁਰੇ, ਤੁਹਾਨੂੰ ਕੋਈ ਨਹੀਂ ਸੀ ਰੋਕਦਾ। ਤਾਂ ਯੂਨੀਵਰਸਿਟੀ 'ਚ ਮੈਂ ਤੁਰੇ ਫਿਰਨਾ, ਤਾਂ ਉੱਥੇ ਮੈਂ ਇੱਕ ਦਿਨ ਦੇਖਿਆ ਅਤੇ ਉੱਥੇ ਉਹ ਕਹਿੰਦੇ ਜੀ ਇਹ ਇੱਕ ਪੂਰੇ ਦਾ ਪੂਰਾ ਸੈਕਸ਼ਨ ਯੂਨੀਵਰਸਿਟੀ 'ਚ, ਉੱਥੇ ਲਾਓਸ, ਇੱਕ ਛੋਟਾ ਜਿਹਾ ਮੁਲਕ ਹੈ ਲਾਓਸ, ਲੇਕਿਨ ਉਹਦੇ ਬਾਰੇ ਹੋ ਰਹੀ ਸੀ ਸਟੱਡੀ ਸਾਰੀ, ਉਹ ਲਾਓਸ ਸਾਰੇ। ਉਹ ਤਾਂ ਮੈਂ ਉਹ ਬੰਗਾਲੀਆਂ ਨੂੰ ਪੁੱਛਿਆ, ਮੈਂ ਕਿਹਾ ਯਾਰ ਇਹ ਕੀ ਚੱਕਰ ਹੈ ਵੀ ਇਹ ਲਾਓਸ ਬਾਰੇ ਐਡਾ ਵੱਡਾ ਕਿਉਂ ਹੋ ਰਿਹਾ? ਉਹ ਕਹਿੰਦੇ ਕਿ ਦੇਖੋ ਲਾਓਸ ਦੇ ਵਿੱਚ ਜਿਹੜੇ ਇਹਨੂੰ ਕਹਿੰਦੇ ਸੀ ਫਰੈਂਚ ਇੰਡੋ ਚਾਈਨਾ, ਜਿਹੜੇ 3 ਕੰਟਰੀ ਸੀ ਨਾ, ਵੀਅਤਨਾਮ, ਕੰਬੋਡੀਆ, ਲਾਓਸ। ਇੱਥੇ ਅਸੀਂ ਤਾਂ ਵੀਅਤਨਾਮ ਦੀ ਜ਼ਿਆਦਾ ਜਾਣਦੇ ਹਾਂ, ਲੇਕਿਨ ਲੜਾਈ 3 ਮੁਲਕਾਂ 'ਚ ਹੋਈ ਹੈ, ਮਤਲਬ ਲਾਓਸ, ਕੰਬੋਡੀਆ ਅਤੇ ਵੀਅਤਨਾਮ, ਤਿੰਨਾਂ ਦੇ, ਕਿਉਂਕਿ ਫਰੈਂਚ ਇੰਡੋ ਚਾਈਨਾ ਦਾ ਹਿੱਸਾ ਸੀਗੇ। ਤਾਂ ਜਿਹੜਾ ਲਾਓਸ ਦੇ ਪਹਿਲਾਂ ਤਾਂ ਫਰਾਂਸੀਸੀ ਹਾਰ ਗਏ, ਜਦੋਂ ਜਨਰਲ ਗਿਆਪ ਨੇ ਮਤਲਬ ਉੱਥੇ ਜਾ ਕੇ ਉਹਨਾਂ ਨੂੰ ਹਰਾਇਆ। ਤਾਂ ਫਿਰ ਅਮਰੀਕਨ ਸਾਮਰਾਜ ਆ ਗਿਆ ਉਹਨਾਂ ਦੀ ਥਾਂ 'ਤੇ, ਅਤੇ ਫਿਰ ਅਮਰੀਕਾ ਨੇ 3 ਥਾਂ 'ਤੇ ਲੜਾਈ ਲੜੀ ਹੈ। ਤਾਂ ਲਾਓਸ ਦੇ ਵਿੱਚ ਵੀ ਇਹ ਹਾਰੇ ਹੈ, ਕੰਬੋਡੀਆ 'ਚ ਵੀ ਹਾਰੇ, ਵੀਅਤਨਾਮ 'ਚ ਵੀ ਹਾਰੇ। ਅਤੇ ਲੇਕਿਨ ਲਾਓਸ ਜਦੋਂ ਹਾਰੇ ਨੇ ਤਾਂ ਉੱਥੇ ਜਿਹੜੇ ਪਾਥਟ ਲਾਓ, ਜਿਹੜੇ ਕਮਿਊਨਿਸਟ ਸੀਗੇ, ਉਹ ਜਿੱਤੇ। ਅਤੇ ਲੇਕਿਨ ਇੱਕ ਕਬੀਲਾ ਸੀਗਾ ਲਾਓਸ ਜਿਹਨੇ ਇਹਨਾਂ ਦੀ ਹੈਲਪ ਕੀਤੀ ਹੈ। ਤਾਂ ਸਟੱਡੀ ਤਾਂ ਚੱਲ ਰਹੀ ਸੀ ਕਿ ਉਸ ਕਬੀਲੇ ਨੂੰ ਜਿਹਨੇ ਅਮਰੀਕਾ ਦੀ ਹੈਲਪ ਕੀਤੀ ਹੈ, ਉਸ ਨੂੰ ਉੱਥੋਂ ਉਜਾੜ ਕੇ ਹੁਣ ਉਹਨਾਂ ਨੂੰ ਅਮਰੀਕਾ 'ਚ ਵਸਾਇਆ ਜਾਵੇ। ਇਹ ਉਸ ਦਾ ਮੰਤਵ ਸੀਗਾ, ਜਿਹੜੀ ਸਟੱਡੀ ਉਹ CIA ਅਮਰੀਕਾ ਦੀ ਏਜੰਸੀ ਉੱਥੇ ਕਰਾ ਰਹੀ ਸੀਗੀ ਯੂਨੀਵਰਸਿਟੀ ਦੇ ਵਿੱਚ। ਤਾਂ ਮੈਨੂੰ ਬੰਗਾਲੀਆਂ ਨੇ ਕਿਹਾ, ਕਹਿੰਦੇ ਇਹ ਕਾਰਨ ਹੈ।
ਪਰ ਉਹ ਕਹਿੰਦੇ ਕਿ ਤੁਹਾਡਾ ਵੀ ਨੰਬਰ ਕਹਿੰਦੇ ਲੱਗ ਚੁੱਕਾ। ਕਹਿੰਦਾ ਵੀ ਬੇਟਾ ਜੱਟ ਕਬੀਲਾ, ਇਹਨਾਂ ਨੇ ਕਹਿੰਦਾ CIA ਨੇ ਫੈਸਲਾ ਕਰ ਲਿਆ ਤੁਹਾਨੂੰ ਨਹੀਂ ਇਹਨਾਂ ਨੇ ਪੰਜਾਬ 'ਚ ਰਹਿਣ ਦੇਣਾ, ਤੁਹਾਨੂੰ ਇਹਨਾਂ ਨੇ ਇੱਥੋਂ ਪੁੱਟ ਕੇ ਕੈਨੇਡਾ ਵਸਾਉਣਾ ਹੈ। ਇਹ ਗੱਲ 1972 ਦੀ ਹੈ। ਤਾਂ ਅੱਜ ਤੋਂ ਦੇਖ ਲਓ ਕਿੰਨੇ ਕੁ ਸਾਲ ਹੋ ਗਏ, 50 ਸਾਲ ਦੇ 50 ਲਗਭਗ ਸਾਲ ਪਹਿਲਾਂ ਪਹਿਲਾਂ ਦੀ। ਦੀ ਗੱਲ ਤਾਂ 50 ਸਾਲ ਪਹਿਲਾਂ ਘੱਟੋ ਘੱਟ ਮੈਨੂੰ ਅੱਧੀ ਸਦੀ ਪਹਿਲਾਂ ਉਹ decide ਬੰਗਾਲੀ ਹੋ ਗਿਆ। ਇੰਟੈਲੈਕਚੁਅਲ ਨੇ ਦੱਸਿਆ ਵੀ ਪੰਜਾਬੀਆਂ ਤੋਂ ਖਾਸ ਕਰ ਜੱਟਾਂ ਵਾਸਤੇ ਉਹਨਾਂ ਨੇ ਜੱਟ ਕਬੀਲੇ ਨੂੰ ਇੱਥੋਂ ਉਜਾੜਨ ਦੀ CIA ਦੀ ਪਲਾਨ ਜਿਹੜੀ ਸੀ ਉਹ ਬਣ ਚੁੱਕੀ ਸੀਗੀ, ਮਤਲਬ 50 ਸਾਲ ਪਹਿਲਾਂ ਹੀ। ਮਤਲਬ ਇਹਦੇ ਵਿੱਚੋਂ ਹੀ ਸਾਡੀਆਂ ਇਹ ਸਾਰੀਆਂ ਨਿਕਲਦੀਆਂ ਨੇ ਕਿ ਵਿਆਹ ਸੰਬੰਧਾਂ ਬਾਰੇ ਵੀ ਜਦੋਂ ਸਾਡੇ ਪੰਜਾਬ ਦੇ ਵਿੱਚ ਨਿਗਾਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਲੜਕੀਆਂ ਜਿਹੜੀਆਂ ਨੇ ਉਹ ਕੋਸ਼ਿਸ਼ ਮਤਲਬ ਉਹਨਾਂ ਦੀ ਇਹੀ ਹੁੰਦੀ ਹੈ, ਚਾਹੇ ਜਿੰਨੇ ਪੜ੍ਹੀਆਂ ਲਿਖੀਆਂ ਹੋਣ, ਕਿ ਜਿਹੜੇ ਸਾਡੇ ਵਿਆਹ ਸੰਬੰਧ ਨੇ ਉਹ ਸਾਡੇ ਬਾਹਰਲੇ ਕੰਟਰੀਜ਼ ਦੇ ਵਿੱਚ ਬਣਨਾ। ਦੇਖੋ ਜੀ ਹੁਣ ਤਾਂ ਉਸ ਤੋਂ ਵੀ ਗੱਲ ਉੱਪਰ ਚਲੀ ਗਈ। ਮਤਲਬ ਹੁਣ ਤਾਂ ਜਿਹੜਾ ਨੈਤਿਕ ਜਿਹੜਾ ਪੰਜਾਬ ਦਾ ਨਿਗਾਰ ਹੈ ਨਾ ਜੀ, ਦੇਖੋ ਨਾ ਪੰਜਾਬ ਨੂੰ ਜਿਹੜਾ ਪ੍ਰਵਾਸ ਹੈ ਇਹ ਸਮਾਜਿਕ ਤੌਰ 'ਤੇ, ਸੱਭਿਆਚਾਰਕ ਤੌਰ 'ਤੇ, ਆਰਥਿਕ ਤੌਰ 'ਤੇ ਹੁਣ ਤਾਂ ਉਹ ਤਾਂ ਕਰ ਹੀ ਰਿਹਾ ਡਰੇਨ। ਦੇਖੋ ਨਾਲ ਸਾਡਾ ਸਰਮਾਇਆ ਜਾ ਰਿਹਾ ਹਾਂਜੀ ਪੰਜਾਬ 'ਚੋਂ, ਨਾਲੇ ਤਾਂ ਬੰਦੇ ਜਾ ਰਹੇ ਨਾਲ ਸਰਮਾਇਆ ਨਾਲ ਜਾ ਰਿਹਾ, ਆਰਥਿਕ ਸਾਡਾ ਨੁਕਸਾਨ ਹੋ ਰਿਹਾ ਹਾਂਜੀ। ਦੂਸਰਾ ਸਮਾਜਿਕ ਨੁਕਸਾਨ ਕਿ ਸਾਡੇ ਜਿਹੜੇ ਸਮਾਜਿਕ ਰਿਸ਼ਤੇ ਜਿਹੜੇ ਸੀ ਤਾਣਾ ਬਾਣਾ ਉਹਨਾਂ ਦਾ ਲੀਰੋ ਲੀਰ ਹੋ ਰਿਹਾ, ਨਾਲ ਸਾਡੀ ਡੈਮੋਗ੍ਰਾਫਿਕ ਚੇਂਜ ਹੋ ਰਹੀ ਹੈ ਕਿ ਸਾਡੀ ਜਿਹੜੀ ਪੰਜਾਬੀ ਵਸੋਂ ਜਾ ਰਹੀ ਹੈ ਤੇ ਗੈਰ ਪੰਜਾਬੀ ਆ ਰਹੀ ਹੈ। ਤਾਂ ਇਹ ਸਮਾਜਿਕ ਫਿਰ ਸੱਭਿਆਚਾਰਕ ਦਾ ਤਾਂ ਹੈ ਹੀ ਹੈ ਕਿ ਸਾਡਾ ਜਿਹੜਾ ਸੱਭਿਆਚਾਰ ਹੈ ਆਪਣਾ ਉਹ ਸਾਡਾ ਦਿਨੋਂ ਦਿਨ ਜਿਹੜਾ ਕਮਜ਼ੋਰ ਹੋਈ ਜਾ ਰਿਹਾ ਤੇ ਜਿਹੜਾ ਸਾਮਰਾਜੀ ਖਪਤਕਾਰੀ ਸੱਭਿਆਚਾਰ ਉਹ ਸਾਡੇ ਤੇ ਭਾਰੂ ਹੋਈ ਜਾ ਰਿਹਾ। ਇਹ ਸਾਰੇ ਦਾ ਨੁਕਸਾਨ ਹੈਗੇ ਨੇ, ਲੇਕਿਨ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੈ ਸਾਡੀ ਨੈਤਿਕਤਾ ਦਾ ਹੋ ਰਿਹਾ ਕਿ ਸਾਡਾ ਨੈਤਿਕ ਜਿਹੜਾ ਨਿਗਾਰ ਹੈ, ਹੁਣ ਨੈਤਿਕ ਜਿਹੜਾ ਨਿਗਾਰ ਹੈ ਉਹਦੇ ਵਿੱਚ ਜਿਹੜੇ ਸਾਡੇ ਰਿਸ਼ਤੇ ਨੇ ਉਹ ਜਿਹੜੇ ਉਹਨਾਂ ਦਾ ਘਾਣ ਹੋ ਰਿਹਾ। ਪਹਿਲਾ ਜਿਹੜਾ ਰਿਸ਼ਤਾ ਜਿਹੜਾ ਸਾਰਿਆਂ ਤੋਂ ਜਿਹੜਾ ਬੁਨਿਆਦੀ ਰਿਸ਼ਤਾ ਹੈ ਕਿਸੇ ਵੀ ਸਮਾਜ ਦਾ, ਔਰਤ ਔਰ ਮਰਦ ਦਾ, ਜਿਹਨੂੰ ਆਪਾਂ ਵਿਆਹ ਕਹਿ ਲੈਂਦੇ, ਵਿਆਹ ਦਾ ਰਿਸ਼ਤਾ, ਕਿਉਂਕਿ ਇਸੇ ਰਿਸ਼ਤੇ ਨੇ ਬਾਕੀ ਸਾਰੇ ਰਿਸ਼ਤਿਆਂ ਦਾ ਆਧਾਰ ਬਣਾਉਣਾ। ਹੁਣ ਜਿੰਨਾ ਕੁ ਪੰਜਾਬ ਦੇ ਵਿੱਚ ਵਿਆਹ ਪ੍ਰਥਾ ਦਾ ਨਿਗਾਰ ਹੋਇਆ ਕਿ ਇਹ ਮੇਰਾ ਖਿਆਲ ਦੁਨੀਆ ਦੇ ਇਤਿਹਾਸ 'ਚ ਕਿਤੇ ਨਹੀਂ ਹੋਇਆ ਕਿ ਵਿਆਹ ਦਾ ਜੋ ਵਪਾਰੀਕਰਨ ਔਰ ਮੰਡੀਕਰਨ ਕਰਤਾ ਗਿਆ। ਅੱਛਾ, ਫਿਰ ਅਸੀਂ ਵੀਜ਼ਾ ਜਿੱਥੇ ਮਿਲਦਾ ਉਹਦੇ ਲਈ ਅਸੀਂ ਕੋਈ ਛੱਡਿਆ ਹੀ ਨਹੀਂ, ਮਤਲਬ ਭੈਣ ਭਰਾ ਦਾ ਸਕਿਆਂ ਦਾ ਵਿਆਹ ਕਰਾ ਦਿਓ, ਪਿਓ ਧੀ ਦਾ ਕਰਾ ਦਿਓ, ਇੱਥੋਂ ਤੱਕ ਕਿ ਮਾਂ ਪੁੱਤ ਦਾ ਵਿਆਹ ਕਰਾ ਦਿਓ ਵੀਜ਼ਾ ਲਵਾਉਣ ਲਈ। ਮਤਲਬ ਅਸੀਂ ਉਸ ਜਿਹੜੀ ਪਵਿੱਤਰਤਾ ਸੀ, ਸੈਂਕਟਿਟੀ ਸੀ ਜਿਹੜੀ ਮਤਲਬ ਨਾ ਮੈਰਿਜ ਦੀ ਜਿਹੜੀ ਵਿਆਹ, ਉਸ ਨੂੰ ਪੂਰੀ ਤਰ੍ਹਾਂ ਜਿਹੜਾ ਖਤਮ ਕਰਤਾ। ਅੱਛਾ, ਫਿਰ ਇੱਕ ਤਾਂ ਇਹ ਦੂਸਰਾ ਹੈਗਾ ਕਿ ਬਜ਼ੁਰਗਾਂ ਦਾ ਜਿਹੜਾ ਹੁੰਦਾ ਹੈ, ਇੱਕ ਜੇ ਅਸੀਂ ਕਹੀਏ ਇੱਕ ਰਿਸ਼ਤਾ ਜਿਹੜਾ ਮਾਂ ਬਾਪ ਨਾਲ ਜਾਂ ਬੰਦੇ ਔਰਤ ਮਰਦ ਦਾ ਰਿਸ਼ਤਾ ਉਹ ਬਹੁਤ ਮਹੱਤਵਪੂਰਨ ਹੈ, ਦੂਜਾ ਰਿਸ਼ਤਾ ਹੈ ਮਾਂ ਬਾਪ। ਹੁਣ ਜੋ ਮਾਂ ਬਾਪ ਨਾਲ ਜੋ ਰਿਸ਼ਤਾ ਹੋ ਰਿਹਾ ਸਾਡਾ ਉਹ ਇੰਨਾ ਐਕਸਪਲੋਇਟਿਵ ਹੈ ਕਿ ਜਿਹੜੇ ਬੱਚੇ ਜਿਹੜੇ ਨੂੰ ਮਾਂ ਬਾਪ ਨੂੰ ਹੁਣ ਕਿੱਥੇ ਤਾਂ ਸੀਗਾ ਵੀ ਮਾਂ ਬਾਪ ਦਾ ਸਤਿਕਾਰ ਕਰਦੇ ਸੀਗੇ, ਹੁਣ ਮਾਂ ਬਾਪ ਨੂੰ ਐਕਸਪਲੋਇਟ ਕਰਦੇ। ਇੱਕ BC ਦੇ ਵਿੱਚ ਇੱਕ ਜਿਹੜੀ ਹੈ ਬ੍ਰਿਟਿਸ਼ ਗੌਰਮੈਂਟ ਦੀ BC ਗੌਰਮੈਂਟ ਦੀ ਸਟੱਡੀ ਹੈ, ਉਹ ਕਾਫੀ ਸਾਲ ਪਹਿਲਾਂ ਦੀ ਗੱਲ ਹੈ ਜਿਹੜੀ ਮੈਂ ਪੜ੍ਹਨ ਮੈਨੂੰ ਮੇਰੇ ਨੋਟਿਸ 'ਚ ਆਈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਜਿਹੜੇ ਪੰਜਾਬੀ ਮੂਲ ਦੇ ਬੱਚੇ ਨੇ ਉਹਨਾਂ ਨੇ ਆਪਣੇ ਮਾਂ ਬਾਪ ਨੂੰ ਹੋਸਟੇਜ ਬਣਾਇਆ, ਬੰਦੀ ਬਣਾ ਕੇ ਰੱਖਿਆ ਹੋਇਆ। ਇਹ ਮਤਲਬ UBC ਮਤਲਬ BC ਦੀ ਗੌਰਮੈਂਟ ਦੀ ਇਹ ਹੈ, ਔਰ ਇਹ ਸਾਡੇ ਤੋਂ ਕਿਸੇ ਤੋਂ ਛੁਪੀ ਨਹੀਂ ਕਿ ਹਾਂਜੀ ਬੱਚਿਆਂ ਮਾਂ ਬਾਪ ਦਾ ਪਾਸਪੋਰਟ ਜਿਹੜਾ ਮੈਂ ਆਪਣੇ ਨਿੱਜੀ ਤੌਰ 'ਤੇ ਬਹੁਤ ਵਾਰੀ ਦੇਖਿਆ ਕਿ ਜਿਹੜੇ ਬੱਚਿਆਂ ਨੂੰ ਬੱਚੇ ਜਿਹੜੇ ਜ਼ਬਰਦਸਤੀ ਮਾਂ ਬਾਪ ਨੂੰ ਉੱਥੇ ਮਤਲਬ ਜਿਹੜਾ ਉਹਨਾਂ ਦੀ ਮਤਲਬ ਉਹਨਾਂ ਨੂੰ ਬੰਦੀ ਬਣਾ ਕੇ ਰੱਖਦੇ, ਉਹਨੂੰ ਆਉਣ ਨਹੀਂ ਦਿੰਦੇ ਵਾਪਸ। ਇਹ ਮੈਂ ਆਪ ਹੰਡਾਇਆ, ਇਹ ਚੀਜ਼ ਮੈਂ ਦੇਖੀ ਹੈ ਬੜੀ ਵਾਰੀ। ਕਿਉਂ ਕਿ ਉਹ ਬੱਚਿਆਂ ਨੂੰ ਨਾਲੇ ਤਾਂ ਉਹਨਾਂ ਦੀ ਪੈਨਸ਼ਨ ਉਹਨਾਂ ਦੀ ਲੈ ਲੈਂਦੇ ਆ, ਨਾਲੇ ਉਹਨਾਂ ਨੂੰ ਜੇ ਉਹ ਕਹਿੰਦੇ ਜੀ ਦੇਖੋ ਵੀ ਜਦੋਂ ਅਸੀਂ ਬੰਦੇ ਜਨਾਨੀ ਨੇ ਅਸੀਂ ਤਾਂ ਕਿਸ਼ਤਾਂ ਦੇਣੀਆਂ, ਅਸੀਂ ਦੋਵਾਂ ਨੇ ਕੰਮ ਕਰਨਾ, ਪਿੱਛੋਂ ਸਾਡਾ ਘਰ ਕੌਣ ਸਾਂਭੇ, ਸਾਡਾ ਬੱਚੇ ਕੌਣ ਸਾਂਭੇ। ਤਾਂ ਬਜ਼ੁਰਗਾਂ ਤੋਂ ਉਹਨਾਂ ਨੂੰ ਮਤਲਬ ਕੰਮ ਵੀ ਕਰਵਾਇਆ ਜਾਂਦਾ ਨੇ ਤੇ ਨਾਲੇ ਉਹਨਾਂ ਦੀ ਜਿਹੜੀ ਜੇ ਪੈਨਸ਼ਨ ਪੁਨਸ਼ਨ ਉਹ ਵੀ ਉਹ ਲੈ ਜਾਂਦੇ, ਕਹਿੰਦੇ ਅਸੀਂ ਉਹ ਤੁਹਾਨੂੰ ਤੋ ਇਸ ਕਰਕੇ ਜਿਹੜਾ ਇਹ ਸੀਗਾ ਜਿਹੜਾ ਕਿ ਸਭ ਤੋਂ ਮਾੜੀ ਗੱਲ ਇਹ ਹੋਈ ਕਿ ਜਿਹੜਾ ਅਸੀਂ ਮਾਂ ਬਾਪ ਦਾ ਸਤਿਕਾਰ ਕਰਨਾ ਸੀਗਾ ਉਹਦੀ ਥਾਂ ਤੇ ਅਸੀਂ ਆਪਣੇ ਮਾਂ ਬਾਪ ਨੂੰ ਐਕਸਪਲੋਇਟ ਕਰ ਰਹੇ ਹਾਂ। ਔਰ ਦੂਸਰੀ ਹੁਣ ਇਹਦਾ ਕੀ ਪ੍ਰੂਫ ਹੈ ਕਿ ਕੀ ਸੱਚਮੁੱਚ ਸਾਡੇ ਬਜ਼ੁਰਗ ਜਿਹੜੇ ਨੇ ਉੱਥੇ ਖੁਸ਼ ਨੇ ਕਿ ਨਹੀਂ ਖੁਸ਼। ਤੋ ਜਿੱਥੋਂ ਤੱਕ ਮੈਂ ਤਾਂ ਦੋ ਹੀ ਗੱਲਾਂ ਤੁਹਾਨੂੰ ਦੋ ਉਦਾਹਰਨਾਂ ਦੇ ਸਕਦਾ ਵੀ ਇਹ ਤੁਸੀਂ ਅੰਦਾਜ਼ਾ ਲਾ ਲਓ ਇਹਦਾ ਵੀ ਇੱਕ ਇੱਥੋਂ ਮਤਲਬ ਹੈ ਨੇ ਅੰਮ੍ਰਿਤਸਰ ਦੇ ਕੋਲ ਉਹਨਾਂ ਦਾ ਪਿੰਡ ਹੈ, ਸਧਾਰਨ ਕਿਸਾਨ ਨੇ, ਉਹਨਾਂ ਦੇ ਬੱਚੇ ਕੈਨੇਡਾ ਸੈਟਲ ਨੇ ਤੇ ਉਹਨਾਂ ਨੇ ਬੜਾ ਉਹਨਾਂ 'ਤੇ ਜ਼ੋਰ ਪਾਇਆ ਕਿ ਤੁਸੀਂ 6 ਮਹੀਨੇ ਸਾਡੇ ਕੋਲ ਲਾ ਜਾਓ। ਉਹ 2 ਮਹੀਨੇ ਬਾਅਦ ਹੀ ਉਹ ਕਹਿੰਦੇ ਨਹੀਂ ਮੇਰਾ ਨਹੀਂ ਜੀ, ਮੈਂ ਤਾਂ ਜਾ ਰਿਹਾ। ਲੇਕਿਨ ਉਹਨੇ ਇੱਕ ਗੱਲ ਵੱਖਰੀ ਕੀਤੀ ਕਿ ਉਹਨਾਂ ਨੇ ਹਰ ਇੱਕ
50 ਸਾਲ ਤੋਂ ਉਮਰ ਜਿਹਦੀ ਜ਼ਿਆਦਾ ਸੀ, ਉਹਨਾਂ ਨੇ ਪੁੱਛਿਆ ਕਿ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ ਕੈਨੇਡਾ 'ਚ। ਉਹਨਾਂ ਦੇ ਸਰਵੇਖਣ, ਇੱਕ ਬਿਲਕੁਲ ਸਧਾਰਨ ਬੰਦੇ ਨੇ ਆਪਣੇ ਤੌਰ 'ਤੇ ਸਰਵੇਖਣ ਕੀਤਾ। ਉਹਨਾਂ ਨੇ ਕਿਹਾ ਕਿ 70% ਤੋਂ ਜ਼ਿਆਦਾ ਲੋਕਾਂ ਨੇ, ਮੈਨੂੰ ਬਜ਼ੁਰਗਾਂ ਨੇ ਇਹ ਕਿਹਾ ਕਿ ਅਸੀਂ ਤਾਂ ਇੱਦਾਂ ਮਹਿਸੂਸ ਕਰਦੇ ਜਾਂ ਜੇਲ੍ਹ 'ਚ ਹੋਈਏ। ਇਹ 70%। ਹੁਣ ਦੂਜੀ ਗੱਲ ਜਿਹੜੀ ਮੈਂ ਤੁਹਾਨੂੰ ਦੇਖ ਕੇ ਤੇ ਉਸ ਦੀ ਹੋਰ ਪੁਸ਼ਟੀ ਕਰਦਾ ਕਿ ਕੁਝ ਸਮਾਂ ਪਹਿਲਾਂ ਜਿਹੜਾ ਨਾ ਇੱਕ ਫਗਵਾੜੇ 'ਚ ਇੱਕ ਬੜੇ ਪੱਤਰਕਾਰਾਂ ਦੀ ਸੰਸਥਾ ਹੈ, ਕਾਲਮ ਨਵੀਸਾਂ ਦੀ ਬੜੀ ਅੱਛੀ ਸੰਸਥਾ ਹੈ, ਉਹ ਗੁਰਮੀਤ ਪਲਾਈ ਜੀ ਉਹਦੇ ਹੈਗੇ ਨੇ, ਕਾਫੀ ਜਾਣੇ ਪਛਾਣੇ। ਤੇ ਉਹਨਾਂ ਨੇ ਮੇਰਾ ਸਨਮਾਨ ਕੀਤਾ ਤੇ ਉਹਦੇ ਵਿੱਚ ਇੱਕ ਬਹੁਤ ਹੀ ਜਾਣੇ ਪਛਾਣੇ ਕੈਨੇਡਾ ਦੇ ਜਿਹੜੇ ਹੈਗੇ ਨੇ ਪ੍ਰਵਾਸੀ, ਜੋ ਬਹੁਤ ਕਾਮਯਾਬ ਪ੍ਰਵਾਸੀ, ਸੁੱਖੀ ਬਾਟ ਜੀ ਉਹਨਾਂ ਨੂੰ ਤਾਂ। ਅੱਛਾ, ਤਾਂ ਮੈਂ ਜਦੋਂ ਉੱਥੇ, ਮੈਨੂੰ ਉਹਨਾਂ ਨੇ ਕਿਹਾ ਤੁਸੀਂ ਵੀ ਕੁਝ ਕਹੋ, ਤੇ ਮੈਂ ਇਹ ਗੱਲ ਦੱਸੀ ਵੀ ਦੇਖੋ ਅਸੀਂ ਲੇਖਕ ਹਾਂ, ਚਿੰਤਕ, ਪੱਤਰਕਾਰ ਹੈ, ਕਿਸੇ ਨੇ ਇਹੋ ਜਿਹਾ ਸਰਵੇਖਣ ਨਹੀਂ ਕੀਤਾ। ਤੇ ਇੱਕ ਸਧਾਰਨ ਬੰਦੇ ਨੇ ਉੱਠ ਕੇ ਆਪਣੇ ਤੌਰ ਤੇ ਇੱਕ ਜਿਹੜਾ ਪੰਜਾਬ ਲਈ ਬੜਾ ਮਹੱਤਵਪੂਰਨ ਹੈ, ਜਿਹੜੀ ਸਿਗਨੀਫੀਕੈਂਸ ਹੈ, ਉਹਨੇ ਮਤਲਬ ਕੀਤਾ ਇੱਕ। ਤਾਂ ਉਹ ਮੈਨੂੰ ਉਹਨਾਂ ਨੇ ਟੋਕਿਆ, ਉਹ ਮੈਨੂੰ ਕਹਿੰਦਾ ਡਾਕਟਰ ਸਾਹਿਬ ਇਹ ਠੀਕ ਨਹੀਂ ਹੈ। ਤਾਂ ਮੈਂ ਬਿਲਕੁਲ ਇਹ ਸਮਝਿਆ ਕਿ ਮੈਨੂੰ ਇਹ ਕਹਿਣਗੇ ਤੁਸੀਂ ਕੈਨੇਡਾ ਦੀ ਬਦਖੋਈ ਕਰ ਰਹੇ ਹੋ, ਇੱਦਾਂ ਨਹੀਂ ਹੈ। ਉਹਨਾਂ ਨੇ ਕਿਹਾ ਡਾਕਟਰ ਸਾਹਿਬ 70% ਨਹੀਂ ਹੈ, 90% ਤੋਂ ਜ਼ਿਆਦਾ ਬਜ਼ੁਰਗ ਇੱਦਾਂ ਮਹਿਸੂਸ ਕਰਦੇ ਆ। ਇਹ ਦੇਖੋ, ਤਾਂ ਇੱਥੋਂ ਹੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਬਜ਼ੁਰਗਾਂ ਦੀ ਕੀ ਉੱਥੇ ਮਤਲਬ ਮਾਨਸਿਕ ਦਸ਼ਾ ਜਿਹੜੀ ਹੈਗੀ ਉੱਥੇ। ਤਾਂ ਇਹ ਹੈ ਵੀ ਸਾਡਾ ਬੁਢਾਪਾ ਸਾਡਾ ਰੁਲ ਰਿਹਾ ਹੈ। ਤਾਂ ਅਸੀਂ ਹਰ ਪਾਸਿਓਂ, ਸਾਡੇ ਰਿਸ਼ਤੇ ਸਾਡੇ ਜਿਹੜੇ ਨੇ ਉਹਨਾਂ ਦੀ ਜਿਹੜੀ ਜੋ ਦੁਰਗਤੀ ਹੋ ਰਹੀ ਹੈ, ਪਰ ਨਾਲ ਸਾਡਾ ਜਿਹੜਾ ਬੁਢਾਪਾ ਵੀ ਰੁਲ ਰਿਹਾ। ਤਾਂ ਜਦੋਂ ਅਸੀਂ ਇਹ ਸਾਰੀਆਂ ਚੀਜ਼ਾਂ ਦੇਖਦੇ ਹਾਂ ਤਾਂ ਫਿਰ ਇੱਕ ਸਵਾਲ ਉੱਠਣਾ ਲਾਜ਼ਮੀ ਹੈ ਵੀ ਕੀ ਅਸੀਂ, ਇਹ ਤਾਂ ਨਹੀਂ ਹੋ ਰਿਹਾ ਵੀ ਅਸੀਂ ਗਵਾ ਜ਼ਿਆਦਾ ਰਹੇ ਹਾਂ, ਕੀ ਕਮਾਇਆ ਤੇ ਕੀ ਗਵਾਇਆ। ਜਦੋਂ ਅਸੀਂ ਇਹ ਜਿਹੜਾ ਇਕੁਏਸ਼ਨ ਦੇਖਦੇ ਹਾਂ, ਇਹ ਜਿਹੜੀ ਸਮੀਕਰਨ ਦੇਖਦੇ ਹਾਂ, ਤਾਂ ਕਈ ਵਾਰੀ ਤਾਂ ਮੈਨੂੰ ਇਹ ਮਹਿਸੂਸ ਹੁੰਦਾ ਵੀ ਜੇ ਇਹ ਗੱਲ ਹੈ ਤਾਂ ਘੱਟੋ ਘੱਟ ਮੈਨੂੰ ਇਹ ਲੱਗਦਾ ਵੀ ਜਦੋਂ ਕੋਈ ਬੰਦਾ ਜਦੋਂ ਸਹੀ ਅਰਥਾਂ 'ਚ ਆਪਣਾ ਜੀਵਨ ਦਾ ਮੁਲਾਂਕਣ ਕਰਦਾ ਹੈ ਕਿ ਮੈਂ ਕੀ ਗਵਾਇਆ ਤੇ ਕੀ ਪਾਇਆ, ਤਾਂ ਮੈਨੂੰ ਲੱਗਦਾ ਕਿ ਘੱਟੋ ਘੱਟ ਵੱਡੀ ਬਹੁ ਗਿਣਤੀ ਇਸੇ ਨਤੀਜੇ 'ਤੇ ਪਹੁੰਚੇਗੀ ਵੀ ਗਵਾਇਆ ਜ਼ਿਆਦਾ ਤੇ ਪਾਇਆ ਘੱਟ ਹੈ ਜੀ। ਤਾਂ ਇਹ ਜਿਹੜੀ ਚੀਜ਼ ਹੈ ਨਾ, ਔਰ ਇਹਦੀ ਜਿਹੜੀ ਪੁਸ਼ਟੀ ਇੱਕ ਹੋਰ ਚੀਜ਼ ਕਰਦੀ ਹੈ, ਇਹ ਜਿਹੜੀ ਮੈਂ ਤੁਹਾਨੂੰ ਦੱਸਿਆ ਗੱਲ, ਕਿ ਮੇਰਾ ਇੱਕ ਬਹੁਤ ਜਿਹੜਾ ਉੱਚ ਕੋਟੀ ਦਾ ਜਿਹੜਾ ਹੈ, ਜਿਹਨੂੰ ਆਪਾਂ ਸਾਈਕੈਟਰਿਸਟ ਜਾਂ ਮਨੋਵਿਗਿਆਨਿਕ ਜਿਹੜਾ ਡਾਕਟਰ ਹੈ, ਜਿਹੜਾ ਉਹ ਮੇਰਾ ਦੋਸਤ ਸੀਗਾ। ਉਸ ਨੇ ਮੈਨੂੰ ਦੱਸਿਆ, ਉਹ ਕਹਿੰਦਾ ਕਿ ਜਿਹੜੇ ਉਹ ਅਮਰੀਕਾ ਸੀ, ਲੇਕਿਨ ਉਹ ਕੈਨੇਡਾ 'ਚ ਵੀ ਇਹ ਲਾਗੂ, ਦੋਨਾਂ ਉੱਤਰੀ ਅਮਰੀਕਾ ਸਾਰੇ 'ਚ ਇਹ ਗੱਲ ਲਾਗੂ ਹੁੰਦੀ ਆ। ਤਾਂ ਉਹ ਕਹਿੰਦਾ ਕਿ ਦੇਖੋ ਤੁਸੀਂ, ਕਹਿੰਦਾ ਵੀ ਤੁਸੀਂ ਹੈਰਾਨ ਹੋਓਗੇ ਜਿਹੜੇ ਬੰਦਿਆਂ ਨੂੰ ਤੁਸੀਂ ਸਭ ਤੋਂ ਜ਼ਿਆਦਾ ਕਾਮਯਾਬ ਸਮਝਦੇ ਹੋ, ਜਿਨ੍ਹਾਂ ਦੀ ਬਹੁਤ ਵੱਡੀ ਪ੍ਰਾਪਤੀ ਹੈ, ਜਿਹੜੇ ਨੇ ਹਾਂਜੀ ਪ੍ਰੋਫੈਸ਼ਨ ਦੇ ਵਿੱਚ ਵੀ ਬਹੁਤ ਕਾਮਯਾਬ, ਜਿਹੜੇ ਡਾਕਟਰ ਨੇ, ਇੰਜੀਨੀਅਰ ਨੇ, ਪ੍ਰੋਫੈਸਰ ਨੇ ਜਾਂ ਬਿਜ਼ਨਸਮੈਨ ਨੇ, ਉਹ ਕਹਿੰਦਾ ਜਦੋਂ 50 ਸਾਲ ਤੋਂ ਵੱਧ ਜਦੋਂ ਹੋ ਜਾਂਦੇ ਨੇ ਤਾਂ ਬਹੁਤ ਸਾਰੇ ਲੋਕ ਇਹ ਮਹਿਸੂਸ ਕਰਨ ਲੱਗ ਜਾਂਦੇ ਨੇ ਕਿ ਸਾਡਾ ਜੀਵਨ ਜਿਹੜਾ ਵਿਅਰਥ ਗਿਆ। ਕਦੋਂ ਗਿਆ ਵਿਅਰਥ? ਜਦੋਂ ਉਹਨਾਂ ਦੇ ਬੱਚੇ ਟੀਨੇਜਰ ਹੁੰਦੇ ਆ। ਉਹ ਕਹਿੰਦੇ ਕਿ ਉਦੋਂ ਉਹਨਾਂ ਨੂੰ ਮਤਲਬ ਪਤਾ ਲੱਗਦਾ ਕਿ ਕਹਿੰਦੇ ਕਿ ਜਿਸ ਕੀਮਤਾਂ, ਜਿਸ ਕਦਰਾਂ ਕੀਮਤਾਂ ਲਈ ਅਸੀਂ ਇੱਥੇ ਆਏ ਸੀਗੇ, ਹਾਂਜੀ, ਹੁਣ ਸਾਡੇ ਬੱਚੇ ਤਾਂ ਬਿਲਕੁਲ ਉਸ ਤੋਂ ਉਲਟ, ਉਹਨਾਂ ਦੀਆਂ ਕਦਰਾਂ ਕੀਮਤਾਂ ਤਾਂ ਉਸ ਤੋਂ ਬਿਲਕੁਲ ਉਲਟ ਹੋ ਗਈਆਂ। ਉਹ ਕਹਿੰਦਾ ਅਸੀਂ ਫਿਰ ਕੀ ਮਤਲਬ ਜਿਹੜਾ ਅਸੀਂ ਦੇਖੋ ਨਾ, ਇੱਕ ਆਪਾਂ ਜਿਹੜਾ ਪੰਜਾਬੀ ਜਿਹੜਾ ਸਾਡਾ ਪਰਸਪੈਕਟਿਵ ਹੈਗਾ ਕਿ ਅਸੀਂ ਜਿਹੜਾ, ਜਾਂ ਭਾਰਤੀ ਕਹਿ ਲਓ, ਕਿ ਅਸੀਂ ਜੀਵਨ ਨੂੰ ਨਿਰੰਤਰਤਾ 'ਚ ਦੇਖਦੇ ਹਾਂ। ਕਿ ਅਸੀਂ ਜਿਹੜਾ ਆਮ ਬੰਦਾ ਇਹ ਦੇਖਦਾ ਕਿ ਮੇਰਾ ਜਿਹੜਾ ਜੀਵਨ ਹੈ, ਪਹਿਲਾ ਅੱਧਾ ਜੀਵਨ ਤਾਂ ਅਸੀਂ ਜਿਹੜਾ ਆਪਣੇ ਪਾਸਟ ਨਾਲ, ਜਿਹੜਾ ਆਪਣੀ ਤੋਂ ਪਿਛਲੀ ਜਨਰੇਸ਼ਨ ਦੇ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਉਹਦੇ ਨਾਲ ਜੋੜ ਕੇ ਦੇਖਦੇ ਹਾਂ। ਹਾਂਜੀ, ਅਸੀਂ ਕਹਿੰਦੇ ਵੀ ਚਲੋ ਮਾਂ ਪਿਓ ਦਾ ਜੇ ਕੁਛ ਨਹੀਂ ਸੀ, ਘਰ ਨਹੀਂ ਸੀ, ਜਾਂ ਜ਼ਮੀਨ ਥੋੜ੍ਹੀ ਸੀ, ਚਲੋ ਜੇ ਸਾਡੇ ਕੋਲ ਪੈਸਾ ਆ ਜਾਏ ਨਾ, ਅਸੀਂ ਕਹਾਂਗੇ ਅਸੀਂ ਤਾਂ ਇਹਨਾਂ ਥੋੜ੍ਹੀ ਜ਼ਮੀਨ ਲੈ ਦੇ, ਥੋੜ੍ਹਾ ਇਹਨਾਂ ਘਰ ਚੰਗਾ ਬਣਾ ਦੇ, ਘਰ ਨਹੀਂ ਠੀਕ, ਜਾਂ ਇਹਨਾਂ ਦਿੱਕਤ ਆ ਰਹੀ ਸੀ, ਚੰਗਾ ਰਿਸ਼ਤਾ ਭੈਣਾਂ ਲਈ ਲੱਭਣ 'ਚ ਇਹਨਾਂ ਦੇ। ਤਾਂ ਅਸੀਂ ਹਮੇਸ਼ਾ ਸਾਡੀ ਇਹ ਰੁਚੀ ਹੁੰਦੀ ਹੈ ਵੀ ਅਸੀਂ ਅੱਧਾ ਜੀਵਨ ਉਹਨਾਂ ਬਾਰੇ ਸੋਚਦੇ ਹਾਂ। ਹੁਣ ਜਦੋਂ ਉਸ ਤੋਂ ਅਗਲਾ ਫਿਰ ਅਸੀਂ ਕੀ ਕਰਦੇ, ਸਾਡੇ ਬੱਚੇ ਆਪਣੇ ਹੋ ਜਾਂਦੇ, ਫਿਰ ਅਸੀਂ ਕਹਿੰਦੇ ਹੁਣ ਅਸੀਂ ਜੋ ਕਰਨਾ ਆਪਣੇ ਬੱਚਿਆਂ ਦਾ ਇਹਨਾਂ ਨੂੰ ਸੈੱਟ ਕਰਾ ਦਈਏ ਇਹਨਾਂ ਲਈ। ਤਾਂ ਅਸੀਂ ਜਿਹੜਾ ਆਪਣੀ ਲਾਈਫ ਨੂੰ ਉਸ ਨਿਰੰਤਰਤਾ 'ਚ ਦੇਖਦੇ ਹਾਂ। ਹਾਂਜੀ, ਤਾਂ ਉਹ ਜਿਹੜੇ ਲੋਕ ਨੇ ਜਿਹੜੇ ਉਹਨਾਂ ਲਈ ਜਿਹੜਾ ਸਾਡੀ ਦਾ ਸਰਕਲ ਹੈ, ਸਾਡਾ ਜਿਹੜਾ ਪੂਰਬ ਦਾ ਜਿਹੜਾ ਭਾਰਤ ਤੋਂ ਵੀ ਅੱਗੇ ਲੈ ਜਾਈਏ, ਪੂਰਬ ਦਾ ਸਮੁੱਚੇ ਦਾ ਇਹੀ
ਦ੍ਰਿਸ਼ਟੀਕੋਣ ਹੈ ਕਿ ਅਸੀਂ ਮਤਲਬ ਆਪਾਂ ਇੱਕ ਸਾਈਕਲ ਦੇ ਵਿੱਚ ਦੇਖਦੇ ਹਾਂ, ਨਿਰੰਤਰ ਸਾਈਕਲ ਜਿਹੜਾ ਸਰਕਲ ਜਿਹੜਾ ਉਹ ਮਤਲਬ ਨਿਰੰਤਰਤਾ ਦਾ ਪ੍ਰਤੀਕ ਹੈ। ਲੇਕਿਨ ਜਿਹੜੀ ਪੱਛਮੀ ਸੋਚ ਹੈਗੀ ਉਹ ਇੱਕ ਲਕੀਰੀ ਹੈ, ਲਕੀਰ ਜਿਹੜੀ ਉਹਦੀ ਕਿਤੇ ਸ਼ੁਰੂਆਤ ਹੁੰਦੀ ਹੈ ਕਿਤੇ ਐਂਡ ਹੁੰਦਾ। ਤੋ ਜਿਹੜੀ ਅੱਜ ਜਿਹੜੀ ਪੱਛਮੀ ਸਮਾਜ ਹੈ ਉਹ ਨਿਜਵਾਦੀ ਸਮਾਜ ਹੈ, ਇੰਡੀਵਿਜੂਅਲਿਸਟਿਕ ਸਮਾਜ ਹੈ। ਤਾਂ ਉਹਦੇ ਨਾਲ ਬੰਦੇ ਦਾ ਜਿਹੜਾ ਜੀਵਨ ਆਪਣੇ ਨਾਲ ਹੀ ਸ਼ੁਰੂ ਹੁੰਦਾ, ਆਪਣੇ ਨਾਲ ਹੀ ਖਤਮ ਹੁੰਦਾ। ਹੁਣ ਜਿਹੜੀ ਟ੍ਰੈਜਡੀ ਕੀ ਦੁਖਾਂਤ ਕੀ ਹੁੰਦਾ ਸਾਡਾ ਪ੍ਰਵਾਸ ਦੇ ਵਿੱਚ, ਸਭ ਤੋਂ ਵੱਡਾ ਦੁਖਾਂਤ ਹੁੰਦਾ ਹੈ ਕਿ ਜਿਹੜੀ ਜਨਰੇਸ਼ਨ ਜਾਂਦੀ ਹੈ, ਅਸੀਂ ਜਿਹੜੇ ਲੋਕ ਉੱਥੇ ਜਾਂਦੇ ਹਾਂ, ਅਸੀਂ ਉਸ ਦੀ ਪ੍ਰੋਡਕਟ ਆ ਪੂਰਬ ਦੀ, ਕਿ ਅਸੀਂ ਮਤਲਬ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਉਸ ਨਿਰੰਤਰਤਾ 'ਚ ਦੇਖਦੇ ਹਾਂ। ਔਰ ਜੋ ਕੁਛ ਅਸੀਂ ਆਪਣੇ ਜਦੋਂ ਆਪਣੇ ਮਾਂ-ਬਾਪ ਲਈ ਕੀਤਾ, ਅਸੀਂ ਇਹ ਉਮੀਦ ਰੱਖਦੇ ਹਾਂ ਵੀ ਸਾਡੇ ਬੱਚੇ ਸਾਡੇ ਲਈ ਕਰਨਗੇ। ਹੁਣ ਜਦੋਂ ਸਾਡੇ ਬੱਚੇ ਜਿਹੜੇ ਨੇ ਉਹਨਾਂ ਦਾ ਜਿਹੜਾ ਵੈਲਿਊ ਸਿਸਟਮ ਹੈ ਉਹ ਪੱਛਮ ਦਾ ਹੈ, ਉਹ ਇੱਕ ਲਕੀਰੀ ਸੋਚਣ ਵਾਲੇ ਨੇ। ਤਾਂ ਫਿਰ ਅਸੀਂ ਮਤਲਬ ਬਿਟਰੇਡ, ਮਤਲਬ ਅਸੀਂ ਸਮਝਦੇ ਸਾਡੇ ਨਾਲ ਧੋਖਾ ਹੋ ਗਿਆ ਵੀ ਅਸੀਂ ਤਾਂ ਆਹ ਕੀਤਾ ਤੇ ਸਾਡੇ ਨੂੰ ਜੋ ਸਾਨੂੰ ਉਮੀਦ ਸੀ ਸਾਡੇ ਨਾਲ ਵੀ ਸਾਡੇ ਬੱਚੇ ਕਰਨਗੇ, ਉਹ ਸਾਡੀ ਉਮੀਦਾਂ ਦੇ ਪੂਰੇ ਨਹੀਂ ਉਤਰਦੇ। ਉਸ ਵੇਲੇ ਜਾ ਕੇ ਜਦੋਂ ਬੰਦਾ 50 ਦੇ ਨੇੜੇ ਹੁੰਦਾ, ਜਦੋਂ ਉਹਦੇ ਬੱਚੇ 15, 16, 20 ਸਾਲ ਦੇ ਨੇੜੇ ਹੋ ਗਏ, ਤਾਂ ਉਹਨੂੰ ਫਿਰ ਆਪਣੀ ਜਿਹੜੀ ਅਹਿਸਾਸ ਹੁੰਦਾ ਕਿ ਮੇਰੇ ਜਿਹੜਾ ਜੀਵਨ ਜਿਹੜਾ ਅਸਫਲ ਹੈ ਮੇਰਾ, ਕਿਉਂਕਿ ਮੈਂ ਉਹ ਕੀਮਤਾਂ ਜਿਹੜੀਆਂ ਲੈ ਕੇ ਆਇਆ ਸੀਗਾ ਉਹ ਆਪਣੇ ਬੱਚਿਆਂ 'ਚ ਪਾਸ ਆਨ ਨਹੀਂ ਕਰ ਸਕਿਆ। ਉੱਥੋਂ ਫਿਰ ਉਹ ਬਹੁਤ ਸਾਰੇ ਲੋਕ ਡਿਪਰੈਸ਼ਨ ਜਾਂਦੇ ਨੇ। ਇਹ ਜਿਹੜਾ ਤਾਂ ਇਹ ਮੈਨੂੰ ਉਸਨੇ ਸਾਈਕੈਟਰਿਸਟ ਨੇ ਗੱਲ ਸਮਝਾਈ ਕਿ ਇਸ ਕਰਕੇ ਜਿਹੜੇ ਬੜੇ ਬੜੇ ਕਾਮਯਾਬ ਜਿਹੜੇ ਨੇ ਭਾਰਤੀ, ਉਹ 50 ਸਾਲ ਜਾ ਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਫੇਲ ਹੋ ਗਏ, ਅਸੀਂ ਨਹੀਂ ਦੇ ਸਕੇ, ਅਸੀਂ ਉਹ ਜੋ ਸਾਨੂੰ ਕਰਨਾ ਚਾਹੀਦਾ ਸੀ ਉਹਦੇ 'ਚ ਪੂਰੇ ਨਹੀਂ ਉਤਰੇ। ਹਾਂਜੀ ਡਾਕਟਰ ਸਾਹਿਬ, ਅੰਤ ਵਿੱਚ ਤੁਸੀਂ ਮਤਲਬ ਸਾਡੇ ਨੌਜਵਾਨ ਵਰਗ ਨੂੰ ਮਤਲਬ ਜਿਹੜੇ ਵਿਦੇਸ਼ ਜਾਣ ਦੇ ਬਹੁਤ ਜ਼ਿਆਦਾ ਚਾਹਵਾਨ ਨੇ, ਉਹਨਾਂ ਨੂੰ ਕਿਵੇਂ ਮਤਲਬ ਤੁਸੀਂ ਕੀ ਕਹਿਣਾ ਚਾਹੋਗੇ, ਉਹਨਾਂ ਲਈ ਕੀ ਸੰਦੇਸ਼ ਹੋਊਗਾ ਤੁਹਾਡਾ? ਦੇਖੋ, ਇੱਕ ਤਾਂ ਚੀਜ਼ ਹੈਗੀ ਕਿ ਕਿਉਂਕਿ ਤੁਸੀਂ ਇਸ ਤੋਂ ਪਹਿਲਾਂ ਗੁਰੂ ਨਾਨਕ ਦੀ ਜਿਹੜੇ ਫਲਸਫੇ ਦੀ ਗੱਲ ਕੀਤੀ, ਹੁਣ ਮੈਂ ਕਹਿੰਦਾ ਕਿ ਦੇਖੋ ਇੱਕ ਜਿਹੜੀ ਗੁਰੂ ਨਾਨਕ ਦਾ ਇੱਕ ਜਿਹੜਾ ਫਲਸਫੇ ਦੀ ਇੱਕ ਬੜੀ ਵੱਡੀ ਚੀਜ਼ ਇਹ ਵੀ ਸੀਗੀ ਕਿ ਜਿਹੜੀ ਉਹਨਾਂ ਦੀ ਸਿੱਧਾਂ ਨਾਲ ਗੋਸ਼ਟੀ ਹੈ। ਹੁਣ ਜਿਹੜੀ ਸਿੱਧਾਂ ਨਾਲ ਗੋਸ਼ਟੀ ਸਵਾਦ ਰਚਾਇਆ ਬਿਲਕੁਲ, ਜਿਹੜਾ ਤੇ ਉਹਦੇ 'ਚ ਕੀ ਹੈ, ਉਹਦਾ ਤੱਤ ਸਾਰ ਕੀ ਹੈ ਕਿ ਜਿਹੜੇ ਸਿੱਧ ਵੀ ਜਿਹੜੇ ਸੀ ਗੁਰੂ ਸਾਹਿਬ, ਜਿਹੜੇ ਸਿੱਧਾਂ ਵੀ ਉਹਨਾਂ ਨੇ ਵੀ ਪ੍ਰਵਾਸ ਕੀਤਾ। ਫਰਕ ਸਿਰਫ ਇੰਨਾ ਸੀਗਾ ਕਿ ਉਹਨਾਂ ਦਾ ਇੰਟਰਨਲ ਮਾਈਗ੍ਰੇਸ਼ਨ ਸੀਗੀ, ਉਹ ਸਮਾਜ ਨੂੰ ਛੱਡ ਕੇ ਤੇ ਉਹ ਮਤਲਬ ਪਹਾੜਾਂ ਚਲੇ ਗਏ, ਹੈ, ਲੇਕਿਨ ਸਮਾਜ ਤੋਂ ਬਾਹਰ ਹੋ ਗਏ, ਤਪੱਸਿਆ ਕਰਦੇ। ਤਾਂ ਉਹ ਇੰਟਰਨਲ ਮਾਈਗ੍ਰੇਸ਼ਨ ਸੀਗੀ ਕਿ ਮੁੱਖ ਧਾਰਾ ਸਮਾਜ ਤੋਂ ਬਾਹਰ ਹੋ ਗਏ। ਤੇ ਹੁਣ ਅਸੀਂ ਐਕਸਟਰਨਲ, ਅਸੀਂ ਆਪਣਾ ਸਮਾਜ ਛੱਡ ਕੇ ਵਿਦੇਸ਼ ਜਾਂਦੇ ਹਾਂ। ਹੁਣ ਗੁਰੂ ਸਾਹਿਬ ਨੇ ਉਹਨਾਂ ਨੂੰ ਕੀ ਸਿੱਧਾਂ ਨੂੰ ਸਮਝਾਇਆ, ਉਹ ਕਹਿੰਦੇ ਠੀਕ ਹੈ ਸਮਾਜ ਦੇ ਵਿੱਚ ਸਮੱਸਿਆਵਾਂ ਹੈਗੀਆਂ, ਲੇਕਿਨ ਕੀ ਇਹਦਾ ਹੱਲ ਇਹ ਹੈ ਕਿ ਅਸੀਂ ਭੱਜ ਜਾਈਏ, ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਮਤਲਬ ਐਸਕੇਪਿਜ਼ਮ ਜਾਂ ਪੰਜਾਬੀ 'ਚ ਪਲਾਇਨਵਾਦ। ਕਿਸੇ ਵੀ ਸਮੱਸਿਆ ਦਾ ਹੱਲ ਭੱਜਣ ਨਾਲ ਨਹੀਂ ਹੁੰਦਾ। ਤੇ ਗੁਰੂ ਸਾਹਿਬ ਨੇ ਕਿਹਾ ਉਹਨਾਂ ਨੂੰ ਸਿੱਧਾਂ ਨੂੰ ਕਿ ਭਾਈ ਜੇ ਤੁਸੀਂ ਸਮਾਜ ਦਾ ਕੋਈ ਸਵਾਰਨਾ ਚਾਹੁੰਦੇ ਹੋ ਤਾਂ ਵਿੱਚ ਰਹਿ ਕੇ ਸੰਘਰਸ਼ ਕਰੋ। ਤਾਂ ਨੌਜਵਾਨਾਂ ਨੂੰ ਇਹੀ ਜੇ ਨੌਜਵਾਨ ਇਹ ਕਹਿੰਦੇ ਆ ਕਿ ਦੇਖੋ ਜੀ ਪੰਜਾਬ 'ਚ ਇਹ ਨਹੀਂ ਠੀਕ, ਇਹ ਨਹੀਂ ਸਮਾਜ ਮਾੜਾ, ਪਰ ਉਹਨਾਂ ਨੂੰ ਇਹੀ ਸਵਾਲ ਹੈ ਵੀ ਕੀ ਇਹਦਾ ਹੱਲ ਇਹ ਹੈ ਕਿ ਅਸੀਂ ਭੱਜ ਜਾਈਏ, ਫਿਰ ਤਾਂ ਕਦੇ ਵੀ ਇਹਦਾ ਕੁਛ ਨਹੀਂ ਸੁਧਰਨਾ। ਜੇ ਅਸੀਂ ਚਾਹੁੰਦੇ ਹਾਂ ਕਿ ਕੁਛ ਕੀਤਾ ਜਾਏ, ਜੇ ਨੌਜਵਾਨਾਂ 'ਚ ਜਿਹੜਾ ਇੱਕ ਕਹਿੰਦੇ ਨਾ ਯੂਥ ਦਾ ਆਈਡੀਅਲਿਜ਼ਮ ਹੁੰਦਾ ਹੈ ਕਿ ਇੱਕ ਕੁਦਰਤੀ ਇੱਕ ਨਾ ਏਜ ਦੇ ਵਿੱਚ ਕੁਛ ਕਰਨ ਦੀ ਤੀਬਰਤਾ ਉਹਦੇ ਅੰਦਰ ਹੁੰਦੀ ਹੈ, ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਆਈਡੀਅਲਿਜ਼ਮ ਆਫ ਯੂਥ, ਨੈਚੁਰਲ ਆਈਡੀਅਲਿਜ਼ਮ ਆਫ ਯੂਥ, ਕੁਛ ਕਰਨ ਦੀ ਤਮੰਨਾ। ਤਾਂ ਸਮਾਜ ਨੂੰ ਜੇ ਅਸੀਂ ਇੱਕ ਚੰਗਾ ਬਣਾਉਣ ਦੀ, ਸਮਾਜ ਦੇ ਵਿੱਚ ਕੋਈ ਉਸਾਰੂ ਭੂਮਿਕਾ ਨਿਭਾਉਣੀ ਹੈ, ਤਾਂ ਫਿਰ ਉਹ ਪਲਾਇਨ ਨਾਲ ਨਹੀਂ ਹੋ ਸਕਦੀ, ਫਿਰ ਵਿੱਚ ਰਹਿ ਕੇ ਸੰਘਰਸ਼, ਚਾਹੇ ਜਿੰਨਾ ਮਰਜ਼ੀ ਮਾੜਾ, ਚਲੋ ਮੰਨ ਲਿਆ ਕਿ ਬਹੁਤ ਮਾੜਾ ਹੈ, ਫਿਰ ਵੀ ਉਹਦਾ ਹੱਲ ਪ੍ਰਵਾਸ ਨਹੀਂ ਹੈ, ਐਸਕੇਪਿਜ਼ਮ ਹੱਲ ਨਹੀਂ ਹੈ, ਉਹਦਾ ਹੱਲ ਸੰਘਰਸ਼ ਹੈ। ਅਸੀਂ ਆਪਣੇ ਸਿਸਟਮ ਨੂੰ ਸੁਧਾਰੀਏ, ਮਤਲਬ ਕਿਸੇ ਵੀ ਤਰੀਕੇ ਇਹ ਸਾਡੀ ਪਹਿਲ ਹੋਣੀ ਚਾਹੀਦੀ। ਜੀ ਡਾਕਟਰ ਸਵਰਾਜ ਜੀ, ਤੁਸੀਂ ਸਾਡੇ STP ਚੈਨਲ ਲਈ ਆਪਣਾ ਜਿਹੜਾ ਵਡਮੁੱਲਾ ਸਮਾਂ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਤੇ ਵਡਮੁੱਲੇ ਵਿਚਾਰ ਜਿਹੜੇ ਇੰਨੀ ਗੰਭੀਰ ਚਰਚਾ ਜਿਹੜੀ ਸੀ ਦੋਨੋਂ ਹੀ ਵਿਸ਼ਿਆਂ ਤੇ ਤੁਸੀਂ ਸਾਡੇ ਨਾਲ ਕੀਤੀ, ਜਿਹੜੀ ਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਲਈ, ਸਾਡੇ ਨੌਜਵਾਨਾਂ ਲਈ ਇੱਕ ਰਾਹ ਦਸੇਰਾ ਜਿਹੜੀ ਹੈ ਉਹ ਸਾਬਤ ਹੋਵੇਗੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ।